ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਪਾਂ ਜਿਹੜੀ ਹੈ ਅਕਸਰ ਗੱਲ ਕਰਦੇ ਹਾਂ, ਬਿਮਾਰੀਆਂ ਦਾ ਜਿਹੜਾ ਪ੍ਰਕੋਪ ਹੈ ਉਹ ਬਹੁਤ ਜ਼ਿਆਦਾ ਹੈ, ਕਿਉਂਕਿ ਜਿਵੇਂ ਜਿਵੇਂ ਵਿਗਿਆਨ ਨੇ ਤਰੱਕੀ ਕੀਤੀ ਹੈ, ਜਿਵੇਂ ਜਿਵੇਂ ਮਨੁੱਖੀ ਸਮਾਜ ਨੇ ਤਰੱਕੀ ਕੀਤੀ ਹੈ, 21ਵੀਂ ਸਦੀ ਆ ਗਈ। ਇਹ ਉਹ ਯੁੱਗ ਹੈ ਜਿੱਥੇ ਕਿ ਸਾਇੰਸ ਆਪਣੀ ਚਰਮ ਸੀਮਾ ਤੇ ਹੈ। ਕਿਹਾ ਜਾਂਦਾ ਅਕਸਰ ਉਹਦੇ ਅੱਗੇ ਗਹਿਰਾ ਐਨਾਲਿਸਿਸ ਕਰਨ ਤੇ ਉਹ ਕਿੱਦਾਂ ਦੀ ਸੀਮਾ ਚ ਆ ਜਾਂਦੀ ਸੀਮਾ, ਉਹ ਗੱਲ ਲੱਗ ਹੈ, ਚਲੋ ਉਸ ਵੱਲ ਛੱਡੀਏ ਆਪਣਾ। ਲੇਕਿਨ ਉਸ ਵੇਲੇ ਜਦੋਂ ਸਾਇੰਸ ਇੰਨੀ ਤਰੱਕੀ ਕਰ ਚੁੱਕੀ ਹੈ, ਸਮਾਜ ਇੰਨੀ ਤਰੱਕੀ ਕਰ ਚੁੱਕਿਆ, ਸਿਹਤ ਸੇਵਾਵਾਂ ਜਿਹੜੀਆਂ ਨੇ ਉਹ ਅਸੀਂ ਕਲੇਮ ਕਰਦੇ ਹਾਂ ਕਿ ਸਭ ਗੱਲਾਂ ਦਾ ਸਾਡੇ ਕੋਲ ਹੱਲ ਹੈਗਾ, ਤੇ ਫਿਰ ਵੀ ਸਮਾਜ ਦੇ ਅੰਦਰ ਬਿਮਾਰੀਆਂ ਦਾ ਵੱਡੇ ਪੱਧਰ ਤੇ ਹੋਣਾ ਮਹਾਮਾਰੀ ਦੀ ਸ਼ਕਲ ਚ। ਔਰ ਆਪਾਂ ਇਹ ਵਰਤਾਰਾ ਪਿਛਲੇ 6 ਮਹੀਨੇ ਚੰਡਾਇਆ ਜਿਹੜਾ, ਇਹ ਕਿਤੇ ਨਾ ਕਿਤੇ ਇਹ ਗੱਲ ਦਾ ਸੂਚਕ ਹੈ ਕਿ ਚੀਜ਼ਾਂ ਕੋਈ ਬਹੁਤ ਵਧੀਆ ਦਿਸ਼ਾ 'ਚ ਨਹੀਂ ਜਾ ਰਹੀਆਂ। ਜ਼ੁਕਾਮ ਵਰਗੀ ਬਿਮਾਰੀ ਸਮਾਜ 'ਚ ਬਹੁਤ ਵੱਡਾ ਸੰਕਟ ਖੜਾ ਕਰ ਦਿੰਦੀ ਹੈ। ਫਿਰ ਉਹਦੇ ਨਾਲ ਜੁੜੀਆਂ ਹੋਰ ਸਰੀਰਕ ਬਿਮਾਰੀਆਂ, ਮਾਨਸਿਕ ਬਿਮਾਰੀਆਂ, ਉਹ ਆਪਾਂ ਗੱਲਾਂ ਅਕਸਰ ਕਰਦੇ ਰਹਿੰਦੇ ਹਾਂ। ਅੱਜ ਆਪਾਂ ਤੀਜਾ ਪੱਖ ਲੈਂਦੇ ਹਾਂ ਕਿ ਪ੍ਰਜਨਨ ਕਿਰਿਆ ਜਿਹੜੀ ਹੈ ਸਾਡੀ, ਉਹ ਕਿਸ ਅਵਸਥਾ 'ਚ ਹੈ। ਮੈਨੂੰ ਜਿੱਥੇ ਤੱਕ ਯਾਦ ਆ ਰਿਹਾ ਕਿ ਮੈਂ ਔਰ ਮਨਿੰਦਰ ਜੀ ਔਰ ਸਾਡੀ ਜਿਹੜੀ ਖੇਤੀ ਵਿਰਾਸਤ ਮਿਸ਼ਨ ਦੀ ਟੀਮ ਚ ਅਕਸਰ ਅਸੀਂ ਇਸ ਵਿਸ਼ੇ ਨੂੰ ਚਰਚਾ ਬਣਾ ਰਹੇ ਸੀ ਪਿਛਲੇ ਘੱਟੋ ਘੱਟ ਵੀ ਮੇਰਾ ਖਿਆਲ ਹੈ ਵੀ 7-8 ਸਾਲ ਤੋਂ 9 ਸਾਲ ਤੋਂ। ਸ਼ੁਰੂ ਚ ਸਾਨੂੰ ਅਲਰਟ ਕੀਤਾ ਡਾਕਟਰ ਕਾਬਰਾ ਨੇ, ਰਾਜਸਥਾਨ ਦੇ ਡਾਕਟਰ ਕਾਬਰਾ ਨੇ ਕਿ ਤੁਸੀਂ ਇਕੱਲੀ ਕੈਂਸਰ ਦੀ ਗੱਲ ਕਰੀ ਜਾ ਰਹੇ ਹੋ, ਤੁਹਾਡੀ ਪ੍ਰਜਨਨ ਕਿਰਿਆ ਜਿਹੜੀ ਹੈ ਉਹ ਬਹੁਤ ਬੁਰੀ ਤਰ੍ਹਾਂ ਕੁਚਲੀ ਜਾ ਰਹੀ ਹੈ। ਉਹਨਾਂ ਦੇ ਕੁਝ ਆਬਜ਼ਰਵੇਸ਼ਨ ਸੀਗੀਆਂ, ਜਿਹਦੇ ਚ ਉਹਨਾਂ ਦੀ ਬਹੁਤ ਖਾਸ ਆਬਜ਼ਰਵੇਸ਼ਨ ਸੀਗੀ ਕਿ ਜਿਹੜੀ ਆਪਾਂ ਨੂੰ ਸੈਕਸ ਰੇਸ਼ੋ ਆਪਾਂ ਕਹਿੰਦੇ ਵੀ ਘਟ ਰਹੀ ਹੈ, ਕੁੜੀਆਂ ਘਟ ਰਹੀਆਂ ਨੇ ਤੇ ਮੁੰਡੇ ਉਹਦੇ ਮੁਕਾਬਲੇ ਜ਼ਿਆਦਾ ਨੇ। ਤਾਂ ਉਹ ਜਿਹੜਾ ਅਲਟਰਾਸਾਊਂਡ ਕਰਕੇ ਜਾਂ ਲੋਕਾਂ ਦੇ ਜਿਹੜਾ ਮੁੰਡੇ ਪ੍ਰਤੀ ਜਿਹੜੀ ਬਹੁਤ ਜ਼ਿਆਦਾ ਖਿੱਚ ਹੈ ਉਹਦੇ ਚੋਂ ਨਿਕਲ ਰਹੀਆਂ ਨੇ। ਔਰ ਬਹੁਤ ਲੋਕਾਂ ਨੇ ਇਹਦੇ ਉੱਪਰ ਬੜਾ ਹੀ ਭਾਵਾਤਮਕ ਢੰਗ ਨਾਲ ਕੰਮ ਕੀਤਾ, ਭਾਸ਼ਣ ਦਿੱਤੇ ਔਰ ਲੇਖ ਲਿਖੇ। ਤੇ ਜਿਹੜਾ ਇਹ ਬਹੁਤ ਹੀ ਕ੍ਰਿਮੀਨਲ ਵਰਤਾਰਾ ਹੈ ਕੁੜੀਆਂ ਨੂੰ ਜਿਹੜਾ ਪੇਟ 'ਚ ਮਾਰਨਾ। ਪਹਿਲਾਂ ਸ਼ੁਰੂ ਸਮਾਜ ਸੀਗਾ ਉਹ ਜੰਮਣ ਤੋਂ ਬਾਅਦ ਮਾਰ ਦਿੰਦਾ ਸੀਗਾ। ਬਹੁਤ ਸਾਰਾ ਜਿਹੜਾ ਸੀਗਾ ਉਦਾਹਰਨਾਂ ਹੁੰਦੀਆਂ ਸੀ ਕਿ ਫੀਮ ਦੇ ਕੇ ਕੁੜੀ ਮਾਰਤੀ, ਜਾਂ ਪਾਣੀ ਸਿੱਟ ਕੇ ਡੋਬ ਕੇ ਕੁੜੀ ਮਾਰਤੀ, ਜਾਂ ਕੋਈ ਏਦਾਂ ਦਾ ਵਰਤਾਰਾ ਅਕਸਰ ਹੁੰਦਾ ਸੀ। ਹੁਣ ਆ ਗਿਆ ਪੇਟ 'ਚ ਮਾਰਨ ਵਾਲਾ ਵਰਤਾਰਾ। ਉਹ ਡਾਕਟਰ ਕਾਬਰਾ ਦਾ ਕਹਿਣਾ ਸੀ ਤੁਸੀਂ ਜਿਹੜਾ ਇਕੱਲਾ ਇਹਨੂੰ ਦੋਸ਼ ਦੇਈ ਜਾਂਦੇ ਹੋ, ਅਲਟਰਾਸਾਊਂਡ ਨੇ ਇਕੱਲਾ ਦੋਸ਼ੀ ਨਹੀਂ ਹੈਗਾ। ਤੁਸੀਂ ਉਹਨਾਂ ਨੇ ਕੁਝ ਹਸਪੀਟਲ ਡਾਟਾ ਐਨਾਲਾਈਜ਼ ਕੀਤਾ, ਜਿਹੜੇ ਪੰਜਾਬ ਦੇ ਹਸਪੀਟਲ ਵੀ ਸੀਗੇ, ਕੁਝ ਰਾਜਸਥਾਨ ਦੇ ਹਸਪੀਟਲ ਜਿਹੜੇ ਸਾਡੇ ਨਾਲ ਲੱਗਦੇ ਆ। ਤਾਂ ਉਹਨਾਂ ਨੇ ਕੀ ਪਾਇਆ ਕਿ ਜਿਹੜੀਆਂ ਅਬਾਰਸ਼ਨਸ ਹੋ ਰਹੀਆਂ ਬਹੁਤ ਜ਼ਿਆਦਾ ਆਪਣੇ ਆਪ। ਇੱਕ ਤਾਂ ਅਬਾਰਸ਼ਨ ਹੁੰਦੀ ਹੈ ਕੋਈ ਆਪਾਂ ਕਰਾ ਦਿੰਦੇ ਆ ਵੀ ਜਦ ਸਾਨੂੰ ਬੱਚਾ ਨਹੀਂ ਚਾਹੀਦਾ ਤੇ ਅਸੀਂ ਜਿਹੜਾ ਕਾਨੂੰਨ ਦੇ ਵਿੱਚ ਸਾਨੂੰ ਅਲਾਊਡ ਹੈ 12 ਹਫ਼ਤੇ ਤੋਂ ਪਹਿਲਾਂ ਅਬਾਰਸ਼ਨ ਕਰਾਉਣੀ, ਉਹ ਕਰਾ ਦਿੰਦੇ, ਉਹ ਗੱਲ ਅਲੱਗ ਹੈ। ਲੇਕਿਨ ਜਿਹੜੀਆਂ ਅਬਾਰਸ਼ਨ ਆਪਣੇ ਆਪ ਹੋ ਜਾਂਦੀਆਂ ਨੇ, ਜਾਣੀ ਕਿ ਪ੍ਰੈਗਨੈਂਸੀ ਹੋਈ ਤੇ ਫਿਰ 2 ਜਾਂ 3 ਜਾਂ 4 ਮਹੀਨੇ ਬਾਅਦ ਉਹ ਥੋੜਾ ਥੋੜਾ ਖੂਨ ਜਿਹਾ ਪਿਆ ਤੇ ਦਰਦ ਹੋਣ ਲੱਗੀ ਤੇ ਅਬਾਰਸ਼ਨ ਹੋ ਗਈ। ਡਾਕਟਰ ਕਾਬਰਾ ਨੇ ਸਾਨੂੰ ਅਲਰਟ ਕੀਤਾ ਪਹਿਲੀ ਵਾਰੀ, ਮੈਨੂੰ ਯਾਦ ਅੱਜ ਵੀ ਉਹ ਮੀਟਿੰਗ, ਕਿ ਤੁਸੀਂ ਜਿਹੜੀਆਂ ਇੱਦਾਂ ਕਹਿ ਰਹੇ ਹੋ ਉਹ 'ਚ ਅਬਾਰਸ਼ਨ ਬਹੁਤ ਜ਼ਿਆਦਾ ਹੋ ਰਹੀਆਂ ਨੇ, ਔਰ ਅਬਾਰਸ਼ਨ ਜਿਹੜੀਆਂ ਹੋ ਰਹੀਆਂ ਨੇ ਉਹਦੇ ਅੰਦਰ ਕੁੜੀਆਂ ਨੇ ਬਹੁਤ ਜ਼ਿਆਦਾ, ਮੁੰਡੇ ਨਹੀਂ ਹੈ, ਮੁੰਡੇ ਘੱਟ ਨੇ। ਮਤਲਬ ਜਿੰਨੀਆਂ ਵੀ ਅਬਾਰਸ਼ਨ ਹੋ ਰਹੀਆਂ ਨੇ ਉਹਦੇ ਅੰਦਰ 80% ਕੁੜੀਆਂ ਨੇ, 20% ਮੁੰਡੇ ਨੇ। ਅਸੀਂ ਇੱਕਦਮ ਅਲਰਟ ਹੋ ਗਏ ਔਰ ਮੇਰੇ ਦਿਮਾਗ 'ਚ ਪਹਿਲਾਂ ਵੀ ਕੁਝ ਕੁਐਸਚਨ ਚੱਲ ਰਹੇ ਸੀਗੇ ਇਹਦੇ ਨਾਲ ਰਿਲੇਟਡ, ਔਰ ਜਿਹੜੀਆਂ ਅਲਾਮਤਾਂ ਦਿਖ ਰਹੀਆਂ ਸੀਗੀਆਂ। ਤਾਂ ਇੱਕਦਮ ਫਿਰ ਅਸੀਂ ਜਦੋਂ ਅਲਰਟ ਹੋਏ ਡਾਕਟਰ ਕਾਬਰਾ ਦੇ ਕਹਿਣ ਤੇ, ਉਸ ਤੋਂ ਬਾਅਦ ਅਸੀਂ ਬਹੁਤ ਵਿਸਥਾਰ 'ਚ ਕੰਮ ਕੀਤਾ ਔਰ ਇਹ ਗੱਲ ਠੀਕ ਪਾਈ ਕਿ ਜਿਹੜੀ ਅਬਾਰਸ਼ਨ ਨੇ ਹੋ ਰਹੀਆਂ ਉਹਦੇ ਅੰਦਰ ਕੁੜੀਆਂ ਬਹੁਤ ਜ਼ਿਆਦਾ ਨੇ। ਤੇ ਉਸ ਤੋਂ ਬਾਅਦ ਅਸੀਂ ਦੂਜਾ ਵਰਤਾਰਾ ਪਾਇਆ ਕਿ ਕੁੜੀਆਂ ਤਾਂ ਪੇਟ 'ਚ ਮਰ ਜਾਂਦੀਆਂ ਨੇ ਜਦੋਂ ਕੋਈ ਜ਼ਹਿਰ ਹੁੰਦੇ ਆ ਜਾਂ ਕੋਈ ਕਾਰਨ ਆਪਰੇਟ ਕਰਦੇ ਆ, ਤੇ ਮੁੰਡੇ ਹੋ ਤਾਂ ਜਾਂਦੇ ਆ ਲੇਕਿਨ ਉਹ ਅਪੰਗ ਹੁੰਦੇ ਆ। ਦੂਜਾ ਅਸੀਂ ਵਰਤਾਰਾ ਪਾਇਆ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਤੇ ਮੈਂ ਕੰਮ ਕਰਦਾ ਆ, ਬਹੁਤ ਲੰਬਾ ਸਮਾਂ ਹੁਣ ਵੀ ਕਰ ਰਿਹਾ। ਤਾਂ ਉਹਦੇ 'ਚ ਅਸੀਂ ਵਰਤਾਰਾ ਪਾਇਆ ਕਿ ਜਿਹੜੇ ਮੰਦਬੁੱਧੀ ਬੱਚੇ ਆਉਂਦੇ ਉਹ ਜ਼ਿਆਦਾ ਮੁੰਡੇ ਨੇ, 80% ਮੁੰਡੇ ਨੇ, 20% ਕੁੜੀਆਂ।
ਇਹ ਦੇਖੋ ਕਿਵੇਂ ਜੁੜ ਗਈ ਗੱਲ। ਇਹ ਜਿਹੜੀਆਂ ਮਰ ਰਹੀਆਂ ਨੇ ਮਾਂ ਦੇ ਪੇਟ 'ਚ ਉਹ ਤਾਂ 80% ਕੁੜੀਆਂ ਨੇ ਤੇ 20% ਮੁੰਡੇ ਆ। ਜਿਹੜੇ ਹੋ ਰਹੇ ਆ ਪਰ ਅਪੰਗ ਨੇ ਉਹ 'ਚ 80% ਮੁੰਡੇ 20% ਕੁੜੀਆਂ। ਇਹਦਾ ਮਤਲਬ ਕੀ ਹੋਇਆ? ਸਪਸ਼ਟ ਹੋ ਗਿਆ ਕਿ ਕੁਛ ਚੀਜ਼ਾਂ ਇਹੋ ਜਿਹੀਆਂ ਵਾਤਾਵਰਨ ਦੇ ਅੰਦਰ ਨੇ, ਉਹ ਹਵਾ 'ਚ ਨੇ, ਪਾਣੀ 'ਚ ਨੇ, ਭੋਜਨ 'ਚ ਨੇ, ਜਿਹੜੀਆਂ ਫੀਮੇਲ ਭਰੂਣ ਨੂੰ, ਫੀਮੇਲ ਫੀਟਸ ਨੂੰ ਤਾਂ ਮਾਰ ਦਿੰਦੀਆਂ ਨੇ ਪੇਟ 'ਚ ਹੀ, ਪਰ ਮੁੰਡੇ ਨੂੰ ਮਾਰਦੀਆਂ ਨਹੀਂ ਹੈ, ਉਹਨੂੰ ਅਪੰਗ ਕਰ ਦਿੰਦੀਆਂ ਨੇ। ਵਰਤਾਰਾ ਹੋਈ ਹੈ, ਵਰਤਾਰਾ ਹੋਈ ਹੈ। ਇਹ ਗੱਲ ਸਪਸ਼ਟ ਮੈਸੇਜ ਜਾਂਦਾ ਕਿਤੇ ਨਾ ਕਿਤੇ ਕਿ ਸਾਡੀ ਪ੍ਰਜਨਨ ਕਿਰਿਆ ਦੇ ਅੰਦਰ ਜਿਹੜਾ ਹੈ ਇਦਾਂ ਦਾ ਕੁਝ ਵਾਪਰ ਰਿਹਾ ਹੈ ਜਿਹਦੇ 'ਚ ਵਾਰਸ਼ਨਸ ਬਹੁਤ ਜ਼ਿਆਦਾ ਹੋ ਰਹੀਆਂ ਨੇ। ਇੱਕ ਗੱਲ ਹੁਣ ਤਾਂ ਇਹ ਵੀ ਸਪਸ਼ਟ ਹੋ ਗਿਆ, ਇਹਨਾਂ ਨੇ ਮੰਨ ਵੀ ਲਿਆ ਕਿ ਮਰੇ ਹੋਏ ਬੱਚੇ ਬਹੁਤ ਜ਼ਿਆਦਾ ਪੈਦਾ ਹੋ ਰਹੇ ਹਨ, ਔਰ ਉਹ ਬੱਚੇ ਹਾਲਾਂਕਿ ਬੱਚਿਆਂ ਦੀ ਮੌਤ ਦਰ ਘਟ ਰਹੀ ਹੈ ਓਵਰਆਲ, ਲੇਕਿਨ ਜਿਹੜੀ ਮੌਤ ਦਰ ਮਰੇ ਬੱਚਿਆਂ ਦੀ ਹੋਣ ਦੀ ਦਰ ਹੈ ਉਹ ਵੱਧ ਰਹੀ ਹੈ, ਔਰ ਜਿਹੜੀ ਪਹਿਲੇ ਹਫਤੇ 'ਚ ਮੌਤਾਂ ਹੋ ਜਾਂਦੀਆਂ ਨੇ ਉਹ ਵੀ ਵੱਧ ਰਿਹਾ ਰਿਲੇਟਿਵਲੀ ਮੁਕਾਬਲਤਨ। ਜਿਹੜੇ ਬਾਕੀ ਉਸ ਤੋਂ ਬਾਅਦ ਦੀਆਂ ਮੌਤਾਂ ਨੇ ਜਿਹੜੀਆਂ ਕਿ ਟੱਟੀਆਂ ਉਲਟੀਆਂ ਹੁੰਦੀਆਂ ਸੀਗੀਆਂ, ਨਮੂਨੀਆਂ ਹੁੰਦੀਆਂ ਸੀ, ਉਹ ਘਟੀਆਂ ਨੇ। ਇਹ ਕਿਤੇ ਨਾ ਕਿਤੇ ਜਿਹੜਾ ਵਰਤਾਰਾ ਇਹ ਸ਼ੋਅ ਕਰ ਰਿਹਾ ਕਿ ਸਾਡੀ ਪ੍ਰਜਨਨ ਕਿਰਿਆ ਦੇ ਉੱਪਰ ਬਹੁਤ ਵੱਡਾ ਕੋਈ ਜਿਹਨੂੰ ਆਫਤ ਆਈ ਹੋਈ ਹੈ, ਕੋਈ ਆਫਤ ਹੈ, ਉਹਦੀ ਸ਼ਕਲ ਆਪਾਂ ਟੈਂਟੇਟਿਵਲੀ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਆਫਤ ਕਿੱਦਾਂ ਦੀ ਹੈ। ਇੱਕ ਤਾਂ ਇਹ ਅਲਾਮਤ ਜਿਹੜੀ ਹੈ ਡਾਕਟਰ ਕਾਬਰਾ ਨੇ ਸਾਨੂੰ ਪਹਿਲੀ ਵਾਰੀ ਪੁਆਇੰਟ ਆਊਟ ਕੀਤੀ, ਔਰ ਉਸ ਤੋਂ ਬਾਅਦ ਅਸੀਂ ਬਹੁਤ ਅਲਰਟ ਹੋ ਗਏ, ਔਰ ਉਸ ਤੋਂ ਬਾਅਦ ਅਸੀਂ ਆਪਣੇ ਆਜ਼ਾਦ ਤੌਰ ਤੇ ਵੀ ਫਿਰ ਉਹਦੀ ਵੈਰੀਫਿਕੇਸ਼ਨ ਕੀਤੀ ਗਾਇਨੇਕੋਲੋਜਿਸਟਾਂ ਕੋਲ ਜਾ ਕੇ, ਡਾਕਟਰਾਂ ਕੋਲ ਜਾ ਕੇ। ਮੈਂ ਔਰ ਡਾਕਟਰ ਮਨਿੰਦਰ ਜੀ ਨੇ ਅਸੀਂ ਬਹੁਤ ਕਿਸੇ ਨੂੰ ਕੰਪੇਨ ਬਣਾਇਆ, ਪਿੰਡਾਂ 'ਚ ਗਏ, ਅਸੀਂ ਪਾਇਆ ਕਿ ਇਹ ਗੱਲ ਜਿਹੜੀ ਹੈ ਵਾਕਈ ਬਹੁਤ ਭੈੜਾ ਵਰਤਾਰਾ ਹੋ ਰਿਹਾ ਕਿ ਅਬੋਰਸ਼ਨ ਬਹੁਤ ਜ਼ਿਆਦਾ ਵੱਧ ਰਹੀਆਂ ਨੇ, ਔਰ ਅਬੋਰਸ਼ਨ ਦੀ ਹੋ ਕੀ ਰਿਹਾ, ਕੱਲੀ ਅਬੋਰਸ਼ਨ ਨਹੀਂ ਵੱਧ ਰਹੀਆਂ, ਹੋ ਕੀ ਰਿਹਾ ਕਿ ਪਹਿਲਾਂ ਫਸਟ ਸਟੇਜ ਤਾਂ ਪ੍ਰੈਗਨੈਂਸੀ ਹੁੰਦੀ ਨਹੀਂ ਹੈ, ਬੜੀ ਔਖੀ ਹੁੰਦੀ ਹੈ। ਦੇਖੋ ਜਿਹੜਾ ਵਰਤਾਰਾ ਅੱਜ ਤੋਂ 60 ਸਾਲ 50 ਸਾਲ 40 ਸਾਲ ਪਹਿਲਾਂ ਸੀਗਾ ਕਿ ਵਿਆਹ ਹੁੰਦੇ ਸਾਰ ਹੀ ਬੱਚਾ ਹੋ ਜਾਂਦਾ ਸੀ, ਔਰ ਪਹਿਲੀ ਸਾਲਗਿਰਾ ਵਿਆਹ ਦੀ ਆਉਂਦੀ ਸੀ ਤੇ ਬੱਚਾ ਪਹਿਲਾਂ ਆ ਜਾਂਦਾ ਸੀ। ਅੱਜ ਇਹ ਨਹੀਂ ਹੋ ਰਿਹਾ। ਕੁਝ ਲੋਕ ਕਹਿੰਦੇ ਵੀ ਇਹ ਤਾਂ ਜੀ ਪਲੈਨਡ ਹੈ, ਬੱਚੇ ਜਿਹੜੇ ਲੋਕ ਚੇਤਨ ਹੋ ਗਏ ਤੇ ਆਪ ਹੀ ਬੱਚਾ ਕਰਨਾ ਨਹੀਂ ਚਾਹੁੰਦੇ, ਉਹ ਵੀ ਗੱਲ ਠੀਕ ਹੈ, ਉਹ ਗੱਲ ਗਲਤ ਨਹੀਂ ਹੈ। ਲੇਕਿਨ ਬਹੁਤ ਸਾਰੇ ਲੋਕ ਬੱਚਾ ਕਰਨਾ ਚਾਹੁੰਦੇ ਪਰ ਹੁੰਦਾ ਨਹੀਂ ਹੈ। ਉਹ ਰੋਜ਼ਮर्रा ਜਿਹੋ ਜਿਹੇ ਕਿੰਨੇ ਕਪਲ ਆ ਰਹੇ ਹੈ ਕਿ ਉਹ ਬੱਚਾ ਨੂੰ ਉਡੀਕਣਾ ਪੈਂਦਾ ਕਿਤੇ ਨਾ ਕਿਤੇ ਉਡੀਕ ਜਿਹੜੀ ਹੈ ਕਾਫੀ ਲੰਬੀ ਹੁੰਦੀ ਹੈ, ਔਰ ਬਹੁਤ ਉਡੀਕ ਜਿਹੜੀ ਹੈ ਉਹ ਇੰਨੀ ਲੰਬੀ ਹੋ ਜਾਂਦੀ ਹੈ ਕਿ ਕਾਫਕੇ ਜਿਹੜੇ ਮਾਂ-ਬਾਪ ਨੇ ਅਲਟੀਮੇਟਲੀ ਉਹ ਜਿਹੜੇ ਨਕਲੀ ਢੰਗ ਨੇ ਬੱਚੇ ਨੂੰ ਪੈਦਾ ਕਰਨ ਦੇ, IVF ਕਹਿੰਦੇ ਆ ਨੂੰ, ਜਾਂ ਜੋ ਵੀ ਟੈਸਟ ਟਿਊਬ ਬੇਬੀ ਕਹਿ ਦਿੰਦੇ ਆ, ਪੰਜ ਦੇ ਨਾਂ ਰੱਖੇ ਹੋਏ ਅਸੀਂ ਉਹਦੇ, ਉਧਰ ਨੂੰ ਮੋੜਾ ਕੱਟਦੇ ਆ, ਉਧਰ ਮੋੜਾ ਕੱਟਦੇ ਆ ਤੇ ਉੱਥੇ ਜੋ ਕੁਝ ਵਾਪਰਦਾ ਉਹ ਵੀ ਬੜਾ ਅਜੀਬ ਕਿਸਮ ਦਾ ਵਰਤਾਰਾ ਹੈ ਕਿ ਉਹ ਅੰਡਾ ਲਿੱਤਾ ਜਾਂਦਾ ਹੈ, ਉਹ ਲਿੱਤਾ ਜਾਂਦਾ, ਉਹਨੂੰ ਬਾਹਰ ਪਹਿਲਾਂ ਉਹਨੂੰ ਆਪਸ 'ਚ ਜੋੜਿਆ ਜਾਂਦਾ, ਫਿਰ ਉਹ ਮਾਂ ਦੇ ਪੇਟ 'ਚ ਰੱਖਿਆ ਜਾਂਦਾ, ਫਿਰ ਸਾਰਾ ਵਰਤਾਰਾ ਹੁੰਦਾ। ਉਹ 'ਚ ਕੋਈ ਪਤਾ ਨਹੀਂ ਅੰਡਾ ਕਿਹਦਾ ਹੈ, ਜਿਹੜਾ ਸ਼ੁਕਰਾਣੂ ਕਿਹਦਾ, ਤਾਂ ਉਹ ਸਾਰਾ ਵਰਤਾਰਾ ਬੜਾ ਐਥੀਕਲੀ ਵੀ ਜਿਹੜਾ ਹੈ ਉਹ ਪਤਾ ਨਹੀਂ ਕਿੱਦਾਂ ਦਾ। ਤੇ ਸਾਰਾ ਵਰਤਾਰਾ ਜਿਹੜਾ ਦੁਕਾਨਾਂ ਹੈ ਪੰਜ ਦੀਆਂ, ਹਰ ਸ਼ਹਿਰ 'ਚ ਦੁਕਾਨ ਖੁੱਲੀ ਪਈ ਹੈ, ਹਰ ਸ਼ਹਿਰ ਕੋਈ ਜਾਓ ਤਾਂ ਇਹ ਗੱਲ ਇੱਦਾਂ ਦੇ ਸੈਂਟਰ ਆ ਗਏ। ਤਾਂ ਹੋ ਕੀ ਰਿਹਾ ਕਿ ਪਹਿਲੀ ਗੱਲ ਤਾਂ ਬੱਚਾ ਠਹਿਰ ਨਹੀਂ ਰਿਹਾ, ਦੂਜੀ ਗੱਲ ਬੱਚਾ ਠਹਿਰ ਜਾਂਦਾ ਤਾਂ ਫਿਰ ਉਹ ਅਬੋਰਸ਼ਨ ਹੋਣ ਦੀ ਕੋਸ਼ਿਸ਼ ਹੁੰਦੀ ਹੈ। ਉਹ ਅਬੋਰਸ਼ਨ ਜੇ ਹੋਗੀ ਤਾਂ ਹੋਗੀ, ਜੇ ਨਾ ਹੋਈ, ਜੇ ਅਸੀਂ ਤੁਸੀਂ ਗਾਇਨੇਕੋਲੋਜਿਸਟ ਕੋਲ ਤੇ ਚਲੇ ਗਏ ਤਾਂ ਉਹਨੇ ਕੋਸ਼ਿਸ਼ਾਂ ਕੀਤੀਆਂ, ਸਟਰੋਂਗ ਦਵਾਈਆਂ ਦਿੱਤੀਆਂ, ਸਟੀਰੋਇਡ ਦਿੱਤੇ, ਹਾਰਮੋਨ ਦਿੱਤੇ, ਤੇ ਉਹ ਬੱਚਾ ਰੁਕ ਗਿਆ, ਅਬੋਰਸ਼ਨ ਨਹੀਂ ਹੋਈ, ਵਿੱਚ ਵਾਲੇ ਰੁਕ ਗਿਆ। ਫਿਰ ਕੀ ਹੁੰਦਾ ਕਿ ਉਹ ਜਾ ਕੇ ਛਮਾਇਆ ਸਤਮਾਇਆ ਅਠਵਾਇਆ ਬੱਚੇ ਪਹਿਲਾਂ ਸਮੇਂ ਤੋਂ ਪਹਿਲਾਂ ਹੋ ਜਾਂਦੇ ਆ। ਸਮੇਂ ਤੋਂ ਪਹਿਲਾਂ ਹੋਣ ਦੇ ਜਿਹੜੇ ਸਿੱਟੇ ਨੇ ਉਹ ਸਮਾਜ ਭੁਗਤ ਰਿਹਾ ਤੇ ਬੱਚੇ ਭੁਗਤ ਰਹੇ ਆ। ਕਿ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਬੱਚਾ ਸਮੇਂ ਤੋਂ ਪਹਿਲਾਂ ਹੋ ਜਾਂਦਾ ਤਾਂ ਉਹ ਇਸ ਕਾਬਿਲ ਨਹੀਂ ਹੁੰਦਾ ਕਿ ਉਹ ਆਪਣਾ ਆਜ਼ਾਦ ਹੈਸੀਅਤ ਨੂੰ ਵਿਕਸਿਤ ਕਰ ਸਕੇ। ਉਹਨੂੰ ਫਿਰ ਬਹੁਤ ਲੰਬਾ ਸਮਾਂ ਸਪੋਰਟ ਦੇ ਕੇ ਰੱਖਣੀ ਪੈਂਦੀ ਹੈ। ਉਹ ਅੱਜ ਕੱਲ੍ਹ ਹੁਣ ਨਿੱਕੂ ਆ ਗਏ, ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟਸ, ਯਾਨੀ ਕਿ ਜੰਮਦਾ ਹੀ ਬੱਚਾ ICU ਚਲਾ ਜਾਂਦਾ। ਉਹ ICU 'ਚ ਬੱਚਾ ਰਹਿੰਦਾ ਹੈ ਹਫ਼ਤਾ, 10 ਦਿਨ, ਮਹੀਨਾ, 2 ਮਹੀਨੇ, ਤਾਂ ਫਿਰ ਉਹਦਾ ਕੀ ਹੁੰਦਾ, ਉਸ ਪ੍ਰੋਸੈਸ 'ਚ ਬਹੁਤ ਸਾਰੇ ਬੱਚਿਆਂ ਦਾ ਜਿਹੜਾ ਬ੍ਰੇਨ ਡੈਮੇਜ ਹੋ ਜਾਂਦਾ, ਕਿਉਂਕਿ ਉਹ ਪ੍ਰੋਪਰ ਸਾਹ ਨਹੀਂ ਲੈ ਪਾਉਂਦਾ, ਜਾਂ ਪ੍ਰੋਪਰ ਉਹਦਾ ਹਾਰਟ ਨਹੀਂ ਕੰਮ ਕਰ ਰਿਹਾ, ਜਾਂ ਪ੍ਰੋਪਰ ਸਿਸਟਮ ਕੰਮ ਨਹੀਂ ਕਰ ਰਹੇ। ਤਾਂ ਉਹਦਾ ਨੈਟ ਰਿਜ਼ਲਟ ਕੀ ਹੁੰਦਾ ਕਿ ਬੱਚਾ ਇੰਨਾ ਕਮਜ਼ੋਰ ਹੋ ਜਾਂਦਾ, ਔਰ ਬੱਚਾ ਮਾਨਸਿਕ ਤੌਰ ਤੇ ਡੈਮੇਜ ਹੋ ਜਾਂਦਾ, ਔਰ ਅਪੰਗ ਹੋ ਜਾਂਦਾ, ਔਰ ਆਟਿਜ਼ਮ ਔਰ ਮੰਦਬੁੱਧੀ ਬੱਚੇ, ਔਰ ਉਹਨਾਂ ਦਾ ਵਰਤਾਰਾ ਬਹੁਤ ਤੇਜ਼ੀ ਨਾਲ ਸਾਡੇ ਸਮਾਜ 'ਚ ਵੱਧ ਰਿਹਾ। ਤਾਂ ਇਹ ਕਿਤੇ ਨਾ ਕਿਤੇ ਇਹ ਵਰਤਾਰਾ ਸਾਡੇ ਸਮਾਜ 'ਚ ਹੋ ਰਿਹਾ ਕਿ ਆਪਾਂ ਸ਼ੁਰੂ 'ਚ ਸਭ ਤੋਂ ਪਹਿਲਾਂ ਕਰੀਏ, ਸ਼ੁਰੂ ਉਸ ਤੋਂ ਵੀ ਪਹਿਲਾਂ ਆਪਾਂ ਸ਼ੁਕਰਾਣੂ ਘਟ ਰਹੇ ਆ ਬਹੁਤ ਜ਼ਿਆਦਾ।
ਸ਼ੁਕਰਾਣੂ ਦੀ ਗਿਣਤੀ ਘਟ ਰਹੀ ਹੈ। ਸ਼ੁਕਰਾਣੂ ਦੀ ਗਿਣਤੀ ਕਿੰਨੀ ਘਟ ਰਹੀ ਹੈ? ਅਸੀਂ ਪਹਿਲਾਂ ਡਰਦੇ 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 ਅੱਧਾ ਕਹਿਣ ਲੱਗੇ, ਕਿਉਂਕਿ ਸਾਨੂੰ ਜੋ ਸਾਡੇ ਸਾਹਮਣੇ ਅੰਕੜੇ ਆਏ ਉਹ ਤਾਂ ਬੜੇ ਭੈੜੇ ਸੀ। 20% ਬੱਚੇ ਆ ਗਏ ਸੀ, 25% ਤੇ ਆ ਗਏ। ਪਰ ਸਾਨੂੰ ਜੋ ਡਰ ਲੱਗਿਆ ਕਿ ਜਿਵੇਂ ਕੈਂਸਰ ਦਾ ਜੋ ਅਸੀਂ ਕਿਹਾ ਸੀਗਾ ਕੈਂਸਰ ਜ਼ਿਆਦਾ, ਉਦੋਂ ਵੀ ਬੜਾ ਅਟੈਕ ਹੋਇਆ ਸੀਗਾ, ਜਿਵੇਂ ਬੰਦੇ ਉਹ ਵੀ ਡਰਾਈ ਜਾਂਦੇ ਆ। ਤਾਂ ਵੀ ਇੱਥੇ ਰਿਪਰੋਡਕਟਿਵ ਹੈਲਥ ਦਾ ਬਹੁਤ ਹੀ ਲੋਕ ਝਗੜਾ ਮਾਰਨਗੇ ਵੀ ਤੁਸੀਂ ਕਹਿ ਰਹੇ ਹੋ ਵੀ ਸਾਡਾ ਰਿਪਰੋਡਕਟਿਵ ਸਿਸਟਮ ਫੇਲ ਹੀ ਹੋ ਰਿਹਾ ਸਾਡਾ। ਮੈਂ ਕੱਲ ਵੀ ਜਦੋਂ ਅਸੀਂ ਰੱਖਣ ਲੱਗੇ ਇਹ ਵਿਚਾਰ, ਤਾਂ ਮੈਂ ਕੁਲਦੀਪ ਨੂੰ ਕਿਹਾ ਵੀ ਆਪਾਂ ਵੈਸੇ ਤਾਂ ਸੱਚ ਇਹ ਹੈ ਵੀ ਇਹ ਸਿਰਜਣ ਦੇ ਅੰਦਰ ਜਿਹੜਾ ਪ੍ਰਜਨਨ ਪ੍ਰਣਾਲੀ ਫੇਲ ਹੋ ਰਹੀ ਹੈ, ਤੇ ਆਉਣ ਵਾਲੇ 1-2 ਪੀੜ੍ਹੀਆਂ ਹੀ ਨੇ ਜਿਹੜੀਆਂ ਕੋਈ ਬੱਚੇ ਹੋਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਬੱਚੇ ਜਾਂ ਤਾਂ ਹੋਣੇ ਬੰਦ ਹੋ ਜਾਣਗੇ, ਜਾਂ ਹੋਣਗੇ ਤਾਂ ਬਹੁਤ ਜ਼ਿਆਦਾ ਅਪੰਗ ਬੱਚਿਆਂ ਦੀ ਗਿਣਤੀ ਵੱਧ ਜਾਏਗੀ, ਔਰ ਫਿਰ ਅਸੀਂ ਨਕਲੀ ਵਾਲਾ ਚੱਕਰ ਜਿਹੜਾ ਅਸੀਂ ਗਾਵਾਂ ਮੱਝਾਂ ਦੇ ਕਰ ਰਹੇ ਇੱਦਾਂ ਦਾ ਕੁਛ ਕਰਨਾ ਪਿਆ ਕਰੂਗਾ। ਉਹ ਆਲਰੇਡੀ ਸ਼ੁਰੂ ਹੋ ਚੁੱਕਿਆ, ਔਰ ਇਹ ਫਿਰ ਵਰਤਾਰਾ ਬਹੁਤ ਵੱਧ ਜਾਏਗਾ। ਇਹ ਸ਼ੁਕਰਾਣੂਆਂ ਦਾ ਘਟ ਜਾਣਾ, ਸ਼ੁਕਰਾਣੂਆਂ ਦਾ ਗੁਣਾਤਮਕ ਤੌਰ ਤੇ ਥੱਲੇ ਕਮਜ਼ੋਰ ਹੋ ਜਾਣਾ। ਸ਼ੁਕਰਾਣੂ 20-25% ਤੇ ਚਲੇ ਗਏ ਆ। ਬਹੁਤ ਲੈਬੋਰਟਰੀਆਂ ਨੂੰ ਪੁੱਛ ਕੇ ਸਾਰਾ ਅਸੀਂ ਵੈਰੀਫਾਈ ਕਰ ਲਿਆ ਕਿ ਵੀ ਸ਼ੁਕਰਾਣੂ ਦੀ ਗਿਣਤੀ ਬਹੁਤ ਜ਼ਿਆਦਾ ਘਟ ਗਈ ਹੈ। ਦੂਜਾ, ਸ਼ੁਕਰਾਣੂ ਜਿਉਂਦੇ ਸ਼ੁਕਰਾਣੂ ਬਹੁਤ ਘੱਟ ਨੇ, ਮੁਰਦਾ ਸ਼ੁਕਰਾਣੂ ਬਹੁਤ ਜ਼ਿਆਦਾ ਨੇ, ਸੁਸਤ ਸ਼ੁਕਰਾਣੂ ਬਹੁਤ ਜ਼ਿਆਦਾ ਨੇ, ਟੁੱਟੇ ਭੱਜੇ ਸ਼ੁਕਰਾਣੂ ਬਹੁਤ ਜ਼ਿਆਦਾ ਨੇ। ਉਹਦਾ ਕੀ ਰਿਜ਼ਲਟ ਹੋਏਗਾ? ਜੇ ਕੁਦਰਤ ਦੇ ਅੰਦਰ ਇੱਕ ਸਿਸਟਮ ਹੈ, ਇਹ ਕੁਦਰਤ ਜਿਹੜੀ ਹੈ ਉਹ ਸ਼ੁਕਰਾਣੂਆਂ ਦੇ ਅੰਦਰ ਇੱਕ ਦੌੜ ਲਵਾਉਂਦੀ ਹੈ। ਜਦੋਂ ਹੀ ਸ਼ੁਕਰਾਣੂ ਅੰਡੇ ਦੇ ਨੇੜੇ ਪਹੁੰਚਦਾ ਹੈ, ਮਾਦਾ ਸੈੱਲ ਦੇ ਨੇੜੇ ਪਹੁੰਚਦਾ, ਤਾਂ ਉਹਦੇ ਅੰਦਰ ਦੌੜ ਲੱਗਦੀ। ਫਿਰ ਉਹ ਦੌੜ ਦੇ ਜਿਹੜਾ ਸਭ ਤੋਂ ਸ਼ੁਕਰਾਣੂ ਅੱਗੇ ਲੰਘ ਜਾਂਦਾ, ਉਹ ਪ੍ਰੈਗਨੈਂਸੀ ਕਰਦਾ ਹੈ। ਕੁਦਰਤ ਦਾ ਕਿਆ ਕਮਾਲ ਦਾ ਸਿਸਟਮ ਹੈ। ਕਿਉਂ ਕੀਤਾ ਇਹਨਾਂ ਕੁਦਰਤ ਨੇ? ਕੁਦਰਤ ਨੇ ਤਾਂ ਕੀਤਾ ਕਿ ਇਹ ਬੱਚਾ, ਆਉਣ ਵਾਲਾ ਬੱਚਾ ਜਿਹੜਾ ਉਹ ਸਭ ਤੋਂ ਮਜ਼ਬੂਤ ਹੋਵੇ, ਵੀਕ ਨਾ ਹੋਵੇ। ਉਹਦੇ ਅੰਦਰ ਸ਼ੁਕਰਾਣੂ ਦੀ ਪੂਰੀ ਦੌੜ ਲੱਗਦੀ ਹੈ, ਜਿਹਨੂੰ ਕਹਿੰਦੇ 100 ਮੀਟਰ ਦੀ ਤੇਜ਼ ਦੌੜ ਲੱਗਦੀ ਹੈ ਵੀ ਕਿਹੜਾ ਸ਼ੁਕਰਾਣੂ ਪਹਿਲਾਂ ਜਾਂਦਾ ਹੈ। ਉਹ ਸ਼ੁਕਰਾਣੂ ਜਦੋਂ ਵਿੱਚ ਪਹੁੰਚ ਕੇ ਪ੍ਰੈਗਨੈਂਸੀ ਕਰਨ ਦਾ, ਜੋ ਪ੍ਰੈਗਨੈਂਸੀ ਹੋ ਗਈ। ਲੇਕਿਨ ਜੇ ਸ਼ੁਕਰਾਣੂ ਬਹੁਤ ਜ਼ਿਆਦਾ ਅਬਨੋਰਮਲ ਨੇ, ਹੈ ਹੀ ਸੁਸਤ ਨੇ ਸਾਰੇ, ਜੋ ਸੁਸਤ ਸ਼ੁਕਰਾਣੂ ਨਾਲ ਪ੍ਰੈਗਨੈਂਸੀ ਹੋਏਗੀ, ਉਦੋਂ ਸੇਮ ਹਾਲਤ ਅੰਡੇ ਦੀ ਹੈ। तो अंडा डैमेज हो रहा है, शुक्राणु डैमेज हो रहा है, ਉਹਦਾ ਤੋਂ ਜਿਹੜੀ ਪ੍ਰੈਗਨੈਂਸੀ ਹੋਏਗੀ ਉਹ ਪਹਿਲਾਂ ਸ਼ੁਰੂ ਚ ਹੀ ਡੈਮੇਜ ਹੋਏਗੀ। ਉਸ ਤੋਂ ਸ਼ੁਕਰਾਣੂ ਡੈਮੇਜ ਕਿਉਂ ਹੋ ਰਹੇ ਆ, ਉਹਦੇ ਤੇ ਵੀ ਸਟੱਡੀਜ਼ ਆ ਗਈਆਂ ਕਿ ਜਿਹੜੇ ਮਾਂ-ਬਾਪ ਦੇ ਸ਼ੁਕਰਾਣੂ ਅੱਜ ਡੈਮੇਜ ਆ ਰਹੇ ਆ, ਘੱਟ ਆ ਰਹੇ ਆ, ਉਹ ਅਸਲ ਵਿੱਚ ਉਹਨੂੰ ਕਿੱਥੇ ਨੁਕਸਾਨ ਹੋਇਆ ਸੀਗਾ? ਜਦੋਂ ਉਹ ਮਾਂ ਦੇ ਪੇਟ ਸੀਗਾ। ਅੱਜ ਇਹ ਪ੍ਰੂਵ ਹੋ ਗਈ ਗੱਲ, ਲਗਭਗ ਬਹੁਤ ਸਾਰੀਆਂ ਸਟੱਡੀਜ਼ ਅੰਦਰ ਪ੍ਰੂਵ ਹੋ ਗਈ ਕਿ ਜਿਹੜੇ ਬੰਦਿਆਂ ਦੇ ਅੰਦਰ ਸਪਰਮ ਨਹੀਂ ਬਣ ਰਹੇ, ਅੱਜ ਸਪਰਮ ਨਾ ਬਣਨ ਵਾਲੇ ਬੰਦੇ ਬਹੁਤ ਜ਼ਿਆਦਾ ਨੇ, ਬਣ ਹੀ ਨਹੀਂ ਰਹੇ। ਫਿਰ ਘੱਟ ਵਾਲੇ ਤਾਂ ਫਿਰ ਬੇਹੱਦ ਹੀ ਜ਼ਿਆਦਾ ਨੇ, ਲਗਭਗ ਸਾਰੇ ਹੀ ਨੇ ਘੱਟ ਸਪਰਮ ਨੇ। ਇਹ ਕਿੱਥੇ ਵਰਤਾਰਾ ਵਾਪਰ ਰਿਹਾ? ਜਦੋਂ ਉਹ ਬੰਦਾ ਮਾਂ ਦੇ ਪੇਟ ਵਿੱਚ ਸੀਗਾ। ਸੇਮ ਵਰਤਾਰਾ ਫੀਮੇਲ ਦੇ ਅੰਦਰ ਹੈ, ਜਿਹੜੀ ਪੋਲੀਸਿਸਟਿਕ ਓਵਰੀ ਡਿਜ਼ੀਜ਼ ਹੋ ਰਹੀ ਹੈ, PCOD, ਕਿ ਅੰਡਕੋਸ਼ਾਂ ਦੇ ਅੰਦਰ ਗੱਠਾਂ ਨੇ ਪਾਣੀ ਵਾਲੀਆਂ। ਅੰਡਕੋਸ਼ ਜਿਹੜੇ ਨੇ ਉਹ ਕੰਮ ਹੀ ਨਹੀਂ ਕਰ ਪਾਉਂਦੇ ਪ੍ਰੋਪਰਲੀ, ਅੰਡਾ ਬਣ ਹੀ ਨਹੀਂ ਰਿਹਾ। ਐਨਓਵੂਲੇਟਰੀ ਸਾਈਕਲਸ ਕਹਿੰਦੇ ਅਸੀਂ ਇਹਨੂੰ, ਕਿ ਮੈਂਸਸ ਆ ਰਹੇ, ਸਭ ਕੁਝ ਹੋ ਰਿਹਾ, ਦੇਖਣ ਦਿਖਾਉਣ ਨੂੰ ਸਭ ਕੁਝ ਠੀਕ ਹੈ, ਲੇਕਿਨ ਅੰਡਾ ਨਹੀਂ ਬਣ ਰਿਹਾ। ਬਾਅਦ ਚ ਪਤਾ ਲੱਗਦਾ ਅੰਡਾ ਤਾਂ ਬਣ ਹੀ ਨਹੀਂ ਰਿਹਾ। ਜੇ ਅੰਡਾ ਬਣ ਰਿਹਾ ਤਾਂ ਉਹ ਅਜੀਬ ਢੰਗ ਦੇ ਨਾਲ ਉਹਦੀ ਦਿੱਕਤ ਆ ਰਹੀ ਹੈ, ਉਹਦੇ ਕਰਕੇ ਓਵਰੀ ਦੇ ਅੰਦਰ ਜੋ ਦਿੱਕਤਾਂ ਆ ਰਹੀਆਂ। ਤਾਂ ਜਿੱਦਾਂ ਮਨੁੱਖ ਦਾ ਪਤਾਲੂ ਟੈਸਟਿਸ ਮਾਰਚ ਆ ਗਿਆ, ਉਦਾਂ ਹੀ ਬੰਦੇ ਦਾ ਪਤਾਲੂ ਮਾਰਚ ਆ ਗਿਆ ਤੇ ਮਾਦਾ ਦੀ ਓਵਰੀ ਮਾਰਚ ਆ ਗਿਆ, ਕੁਛ ਮਾਰਚ ਆ ਗਿਆ। ਇਹ ਵਰਤਾਰਾ ਪਿਛਲੀਆਂ 2 ਪੀੜ੍ਹੀਆਂ ਚ ਹੋਇਆ, ਪਿਛਲੇ 50 ਸਾਲਾਂ ਪਹਿਲਾਂ ਨਹੀਂ ਸੀਗਾ। ਪਹਿਲਾਂ ਵਰਤਾਰਾ ਨਹੀਂ ਸੀਗਾ, ਉਹ ਅੱਗੇ ਵਧੀ ਜਾ ਰਿਹਾ। ਇਸ ਗੱਲ ਦੇ ਸਪਸ਼ਟ ਪ੍ਰਮਾਣ ਨੇ ਕਿ ਵਧੀ ਜਾ ਰਿਹਾ। ਸ਼ੁਕਰਾਣੂ ਘੱਟ ਨੇ, ਅੰਡਾ ਬਣਨ ਦੀ ਪ੍ਰਕਿਰਿਆ ਡਿਫੈਕਟਿਵ ਹੋ ਗਈ। ਈਵਨ ਮਾਦਾ ਅੰਗ ਜਿਹੜੇ ਨੇ ਉਹ ਵੀ ਫੁੱਲੀ ਡਿਵੈਲਪ ਨਹੀਂ ਹੈ। ਤੁਸੀਂ ਅਲਟਰਾਸਾਊਂਡ ਕਰਾਓ, ਬਹੁਤ ਸਾਰੀਆਂ ਬੱਚੀਆਂ ਦੀ ਯੂਟਰਸ ਪ੍ਰੋਪਰਲੀ ਡਿਵੈਲਪ ਨਹੀਂ ਹੈ, ਓਵਰੀ ਡਿਵੈਲਪ ਨਹੀਂ ਹੈ। ਈਵਨ ਬਾਹਰਲੇ ਅੰਗ ਜਿਹੜੇ ਨੇ ਉਹ ਫੁੱਲੀ ਡਿਵੈਲਪ ਨਹੀਂ ਹੈ, ਬਹੁਤ ਦਿੱਕਤਾਂ ਆਉਂਦੀਆਂ ਨੇ। ਜਦੋਂ ਵੀ ਉਹ ਆਪਣੇ ਹਸਬੈਂਡ ਨਾਲ ਮਿਲਣ ਹੁੰਦਾ ਤਾਂ ਉਹਦੇ ਚ ਉਹ ਡਿਵੈਲਪ ਨਾ ਹੋਣ ਕਰਕੇ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਉਹਦੇ ਚ। ਤਾਂ ਇਹ ਵਰਤਾਰਾ ਕਿਤੇ ਨਾ ਕਿੱਥੇ ਸ਼ੁਰੂ ਹੋ ਜਾਂਦਾ? ਮਾਂ ਦੇ ਪੇਟ ਤੋਂ, ਫਿਰ ਬਾਅਦ ਚ ਚੱਲੀ ਜਾਂਦਾ ਬਚਪਨ ਚ। ਤਾਂ ਸਭ ਤੋਂ ਸੈਂਸਿਟਿਵ ਪੀਰੀਅਡ ਹੁੰਦਾ ਜਦੋਂ ਵੀ ਵਿਕਾਸ ਹੋ ਰਿਹਾ ਸਰੀਰ ਦਾ, ਉਹਦੇ ਅੰਦਰ ਅੰਗ ਬਣ ਰਹੇ ਆ, ਉਹਦੇ ਵਿੱਚ ਪ੍ਰਜਨਨ ਕਿਰਿਆ ਦੇ ਅੰਗ ਵੀ ਨੇ, ਉਹ ਹੁੰਦਾ ਜਦੋਂ ਮਾਂ ਦੇ ਪੇਟ ਚ ਹੁੰਦਾ ਬੱਚਾ। ਕਿਉਂਕਿ ਦੇਖੋ 9 ਮਹੀਨਿਆਂ ਚ
ਇੱਕ ਸੈੱਲ ਤੋਂ 3 ਕਿਲੋ ਦਾ 2.5 ਕਿਲੋ ਦਾ ਬੱਚਾ ਬਣਨਾ। ਕਿੱਡੀ ਤੇਜ਼ੀ ਨਾਲ ਸੈੱਲ ਵੱਧਦੇ ਹੋਣਗੇ, ਹਿਸਾਬ ਲਾਓ ਕਿੱਡੀ ਤੇਜ਼ੀ ਨਾਲ ਵੱਧਦੇ ਹੋਣਗੇ। ਔਰ ਉਹ ਸੈੱਲ ਤਾਂ ਬਹੁਤ ਜਲਦੀ ਵੱਧ ਜਾਂਦੇ ਆ, 9 ਮਹੀਨੇ 'ਚ ਨਹੀਂ ਵੱਧਦੇ, 3-4 ਮਹੀਨੇ 'ਚ ਸੈੱਲ ਵੱਧ ਜਾਂਦੇ। ਬਾਅਦ ਤਾਂ ਫਿਰ ਉਹਨਾਂ ਸੈੱਲਾਂ ਦਾ ਜਿਹੜੇ ਅੰਗ ਬਣਦੇ ਨੇ ਉਹ ਜ਼ਿਆਦਾ ਬਣਦੇ ਆ। ਜਿੰਨੇ ਸੈੱਲ ਤੇਜ਼ੀ ਨਾਲ ਮਲਟੀਪਲਾਈ ਕਰ ਰਹੇ ਹੋਣਗੇ ਉਨੇ ਹੀ ਉਹ ਜ਼ਹਿਰਾਂ ਦੀ ਮਾਰ 'ਚ ਆਉਣਗੇ। ਕੋਈ ਵੀ ਔਡ ਚੀਜ਼, ਜ਼ਹਿਰੀਲੀ ਚੀਜ਼ ਹੈਗੀ ਹੈ ਸਰੀਰ 'ਚ ਮਾਂ ਦੇ, ਉਹ ਉਹਦਾ ਜਿਹੜਾ ਸਾਰਾ ਉਹਦੀ ਪੇਟ 'ਚ ਪਲ ਰਹੇ ਬੱਚੇ ਤੇ ਆਏਗਾ। ਜੇ ਪਹਿਲਾਂ ਹੈ ਤਾਂ ਉਹਦੇ ਪਤਾਲੂਆਂ ਤੇ ਜਾਏਗਾ। ਮੰਨ ਲਓ ਬਾਪ ਜਿਹੜਾ ਕਿਸੇ ਕੈਮੀਕਲ ਫੈਕਟਰੀ 'ਚ ਕੰਮ ਕਰ ਰਿਹਾ, ਕਿਸੇ ਇੰਡਸਟਰੀ 'ਚ ਪੈਸਟੀਸਾਈਡ ਸਪਰੇ ਕਰ ਰਿਹਾ, ਉਹਦੇ ਟੈਸਟੀ ਦੇ ਉੱਪਰ ਪ੍ਰਭਾਵ ਹੋ ਗਿਆ। ਮਾਂ ਦੇ ਅੰਡਕੋਸ਼ ਤੇ ਪ੍ਰਭਾਵ ਹੋ ਗਿਆ, ਫਿਰ ਉਹ ਉਹਨਾਂ ਦਾ ਪ੍ਰਭਾਵ ਸਪਰਮ ਦੇ ਅੰਡੇ 'ਚ ਆਇਆ। ਜੇ ਉੱਥੇ ਨਹੀਂ ਹੋਇਆ ਤਾਂ ਉਹ ਮਾਂ ਜਦੋਂ ਮਾਂ ਦੇ ਪੇਟ 'ਚ ਬੱਚਾ ਪਲ ਰਿਹਾ ਉੱਥੇ ਹੋ ਗਿਆ। ਜਦੋਂ ਬੱਚਾ ਸ਼ੁਰੂ ਹੋਇਆ ਪਲਣਾ, ਉਹਦੇ 'ਚ ਕੁਝ ਜ਼ਹਿਰ ਸੀਗੇ ਜਿਨ੍ਹਾਂ ਨੇ ਉਹਦਾ ਵਿਕਾਸ ਪ੍ਰੋਪਰਲੀ ਨਹੀਂ ਹੋਣ ਦਿੱਤਾ। ਉਸ ਤੋਂ ਬਾਅਦ ਫਿਰ ਸੈਕੰਡ ਫੇਜ਼ ਆਉਂਦੀ ਹੈ ਜਿਹੜੀ ਸਭ ਤੋਂ ਤੇਜ਼ੀ ਨਾਲ ਵਿਕਾਸ ਵਾਲੀ ਦੀ, ਪਹਿਲਾ ਸਾਲ ਬੱਚੇ ਦਾ, ਜੰਮਣ ਤੋਂ ਲੈ ਕੇ 1 ਸਾਲ ਤੱਕ 3 ਗੁਣਾ ਭਾਰ ਵੱਧ ਜਾਂਦਾ। ਕਦੀ ਵੀ ਇੰਨਾ ਨਹੀਂ ਵੱਧਦਾ, ਸਿਰਫ ਪਹਿਲੇ ਸਾਲ 'ਚ 3 ਗੁਣਾ ਭਾਰ ਵੱਧਦਾ। ਪਹਿਲੇ 5 ਮਹੀਨਿਆਂ 'ਚ ਡਬਲ ਹੋ ਜਾਂਦਾ ਭਾਰ, ਅਗਲੇ 7 ਮਹੀਨਿਆਂ 'ਚ ਟ੍ਰਿਪਲ ਹੋ ਜਾਂਦਾ। ਇਹ ਵਰਤਾਰਾ ਜਿਹੜਾ ਕਿਤੇ ਨਾ ਕਿਤੇ ਸਾਡੇ ਆਲੇ ਦੁਆਲੇ ਵਾਪਰ ਰਿਹਾ, ਜਿਹਦੇ ਨਾਲ ਕਿ ਸਾਡੇ ਪ੍ਰਜਨਨ ਅੰਗ ਜਿਹੜੇ ਨੇ ਉਹ ਬਹੁਤ ਬੁਰੀ ਤਰ੍ਹਾਂ ਜਿਹੜੇ ਨੇ ਉਹ ਮਾਰ 'ਚ ਆ ਰਹੇ ਆ। ਉਹਦਾ ਜਿਹੜਾ ਸਿੱਟਾ ਕੀ ਨਿਕਲ ਰਿਹਾ ਕਿ ਆਉਣ ਵਾਲੀ ਪੀੜ੍ਹੀਆਂ ਜਿਹੜੀਆਂ ਨੇ ਲਗਾਤਾਰ ਕਮਜ਼ੋਰ, ਅਪੰਗ ਔਰ ਜਿਹਨੂੰ ਕਹਿੰਦੇ ਆ ਨਪੁੰਸਕ, ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਅਡਲਟ ਮੇਲ ਦੇ ਅੰਦਰ, ਜਿਹਨੂੰ ਅਸੀਂ ਕਹਿੰਦੇ ਇਰੈਕਟਾਈਲ ਡਿਸਫੰਕਸ਼ਨ। ਯਾਨੀ ਕਿ ਜਿਹੜਾ ਮੇਲ ਦਾ ਸਿਸਟਮ ਹੁੰਦਾ ਉਹਦੇ ਅੰਦਰ ਬਲੱਡ ਸਪਲਾਈ ਮੇਲ ਆਰਗਨ ਦੀ ਇੱਕਦਮ ਵਧਣੀ ਚਾਹੀਦੀ ਹੈ ਸੈਕਸ ਤੋਂ ਕਰਨ ਵਾਸਤੇ, ਉਹ ਨਹੀਂ ਵੱਧਦੀ, ਘੱਟ ਵੱਧਦੀ ਹੈ। ਜਾਂ ਉਹ ਇਸ ਢੰਗ ਨਾਲ ਉਹਦੀਆਂ ਨਾੜਾਂ ਡਿਵੈਲਪ ਨਹੀਂ ਹੋਈਆਂ ਉਹਦੀਆਂ ਖੂਨ ਦੀਆਂ ਨਾੜਾਂ ਹੀ ਇੰਨੀਆਂ ਡਿਵੈਲਪ ਨਹੀਂ ਹੈ ਉਹਨੂੰ ਪ੍ਰੋਪਰ ਖੂਨ ਦੇ ਸਕਣ, ਤਾਂ ਕਿ ਪ੍ਰੋਪਰ ਇਰੈਕਸ਼ਨ ਹੋਵੇ, ਪ੍ਰੋਪਰ ਉਹਦੇ ਅੰਦਰ ਅਕੜਾ ਆਵੇ, ਉਹਦੇ ਜਿਸ ਤੋਂ ਬਾਅਦ ਸੈਕਸ ਜਿਹੜਾ ਸੰਭਵ ਹੁੰਦਾ। ਤਾਂ ਉਹ ਜਿਹੜਾ ਵਰਤਾਰਾ ਹੈ ਉਹ ਕਿਤੇ ਨਾ ਕਿਤੇ ਡਿਫੈਕਟਿਵ ਰਹਿ ਗਿਆ। ਉਹਦੇ ਅੰਦਰ ਇਰੈਕਟਾਈਲ ਡਿਸਫੰਕਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਨੂੰ ਆਪਾਂ ਨਪੁੰਸਕਤਾ ਕਹਿੰਦੇ ਨੇ। ਨਪੁੰਸਕਤਾ ਟੋਟਲ ਹੈ, ਉਹਦੀ ਵਿੱਚ ਵਿਚਾਲੇ ਦਾ ਸਥਿਤੀ ਆ ਕਮਜ਼ੋਰੀ, ਜਿਵੇਂ ਆਪਾਂ ਸੈਕਸ ਦੀ ਕਮਜ਼ੋਰੀ ਕਹਿ ਦਿੰਦੇ ਆਮ ਭਾਸ਼ਾ 'ਚ ਕਿ ਸੈਕਸ ਦੀ ਕਮਜ਼ੋਰੀ। ਬਹੁਤ ਲੋਕ ਆ ਕੇ ਬੜੇ ਵਿਚਾਰੇ ਮਾਯੂਸ ਹੋ ਕੇ ਦੱਸਦੇ, ਕੰਨ ਜੇ ਜਾ ਕੇ ਬਹਿੰਦੇ ਆ ਵੀ ਡਾਕਟਰ ਸਾਹਿਬ ਮੈਨੂੰ ਵੀ ਪ੍ਰੋਬਲਮ ਹੈ, ਸੈਕਸ ਦੀ ਪ੍ਰੋਬਲਮ ਹੈ। ਇਹ ਵਰਤਾਰਾ ਯੰਗ ਬੱਚਿਆਂ 'ਚ ਵੀ ਹੈਗਾ, ਲੇਕਿਨ 40 ਤੋਂ ਉੱਪਰ ਤਾਂ ਇੰਨਾ ਜ਼ਿਆਦਾ ਕਾਮਨ ਹੋ ਗਿਆ, ਜਿਹੜਾ ਕਦੀ 70 ਤੇ ਹੁੰਦਾ ਸੀਗਾ। ਤਿੰਨ ਪੀੜ੍ਹੀਆਂ ਪਹਿਲਾਂ 70 ਤੇ ਜਾ ਕੇ ਆਉਂਦਾ ਸੀਗਾ, ਅੱਜ ਉਹ 40 ਸਾਲ ਤੇ ਆਉਣਾ ਸ਼ੁਰੂ ਹੋ ਗਿਆ। 40 ਸਾਲ ਦੇ ਬੰਦਿਆਂ ਦੇ ਅੰਦਰ ਇਰੈਕਟਾਈਲ ਡਿਸਫੰਕਸ਼ਨ ਦੀ ਜਿਹੜੀ ਹੁੰਦੀ ਹੈ ਬਹੁਤ ਵੱਡੀ ਗਿਣਤੀ ਆ। ਉਹਦਾ ਕਿੱਥੋਂ ਅਸੀਂ ਉੱਥੇ ਬੜਾ ਕਮਾਲ ਦਾ ਇਹਨੂੰ ਜਾਣਨਾ, ਇਹਦੇ ਤੇ ਸਰਵੇ ਕਰਨਾ ਬੜਾ ਔਖਾ ਸੀਗਾ। ਬੜਾ ਅਸੀਂ ਮਤਲਬ ਮਾਯੂਸ ਫੀਲ ਕੀਤਾ ਕਿ ਸਾਨੂੰ ਇੰਕਲਿੰਗ ਤਾਂ ਹੋਈ ਕਿ ਵੀ ਆਹ ਪ੍ਰੋਬਲਮ ਹੈਗੀ, ਪਰ ਇਹਨੂੰ ਵੈਰੀਫਾਈ ਕਿਵੇਂ ਕਰੋ ਕਿ ਵੀ ਜ਼ਿਆਦਾ ਹੈ। ਫਿਰ ਅਸੀਂ ਕੀ ਕੀਤਾ, ਕੈਮਿਸਟ ਫੜੇ, ਕੈਮਿਸਟਾਂ ਕੋਲ ਜਾ ਕੇ ਪੁੱਛਿਆ ਵੀ ਜੇ ਤੁਹਾਡੀ ਹੁਣ ਦਵਾਈਆਂ ਆ ਗਈਆਂ ਨੇ ਸੈਕਸ ਕਰਨ ਵਾਲੀਆਂ, ਜਿਹੜੀਆਂ ਅਰਜੀ ਤੌਰ ਤੇ ਤੁਹਾਡਾ ਜਿਹੜਾ ਇਰੈਕਟਾਈਲ ਡਿਸਫੰਕਸ਼ਨ ਠੀਕ ਕਰ ਦਿੰਦੀਆਂ ਨੇ, ਉਹ ਕਿੰਨੀਆਂ ਕੁ ਵਿਕਦੀਆਂ ਨੇ। ਔਰ ਅਸੀਂ ਬਹੁਤ ਹੀ ਮੱਥੇ ਤੇ ਹੱਥ ਮਾਰਿਆ ਕਿ ਇੰਨੀਆਂ ਜ਼ਿਆਦਾ ਵਿਕ ਰਹੀਆਂ ਸੀ ਉਹ। ਫਿਰ ਸਾਨੂੰ ਸਮਝ ਆਈ ਕਿ ਗੱਲ ਜਿਹੜੀ ਹੈ ਉਹ ਕਿਵੇਂ ਜਿਹੜੀ ਹੈ ਚੁੱਪ ਚਪੀਤੇ ਲੋਕ ਕੈਮਿਸਟ ਕੋਲ ਜਾਂਦੇ ਆ, ਜਿੱਦਾਂ ਨਸ਼ੇ ਦੀਆਂ ਗੋਲੀਆਂ ਕੋਈ ਲੈਂਦਾ, ਕੋਈ ਲੋਮੋਟਿਲ ਲੈਂਦਾ, ਕੋਈ ਟਰਾਮਾਡੋਲ ਲੈਂਦਾ ਜੀ, ਉਦਾਂ ਹੀ ਇਹ ਗੋਲੀ ਲੈਂਦੇ ਆ। ਔਰ ਘਰ ਜਾਣ ਤੋਂ ਪਹਿਲਾਂ ਜਦੋਂ ਉਹਨਾਂ ਦਾ ਹੁੰਦਾ ਕਿ ਮੈਂ ਕੋਈ ਆਪਣੀ ਵਾਈਫ ਨੂੰ ਨਾਲ ਸੰਬੰਧ ਬਣਾਉਣੇ ਆ, ਉਹ ਗੋਲੀ ਖਾ ਕੇ ਜਾਂਦਾ ਬੰਦਾ। ਅਜੀਬ ਕਿਸਮ ਦੀਆਂ ਸਿਹਤ ਦੀਆਂ ਸਮੱਸਿਆਵਾਂ ਵੀ ਆਉਂਦੀਆਂ ਨੇ, ਅਜੀਬ ਕਿਸਮ ਦੀਆਂ ਜਿਹੜੀਆਂ ਨੇ ਉਹ ਸੈਕਸ ਵੀ ਨਾਰਮਲ ਨਹੀਂ ਹੁੰਦਾ, ਉਹਦੇ ਨਾਲ ਕੁਝ ਅਬਨੋਰਮਲ ਪ੍ਰੋਬਲਮ ਆਉਂਦੀਆਂ ਨੇ। ਤਾਂ ਉਹ ਜਿਹੜੀਆਂ ਪ੍ਰੋਬਲਮ ਨੇ ਉਹਦੇ ਹੱਲ ਜਿਹੜੀ ਗਾਂ ਹੋਰ ਆ ਰਹੀਆਂ ਨੇ। ਔਰ ਲਗਾਤਾਰ ਇਹ ਵਰਤਾਰਾ ਵੱਧ ਰਿਹਾ ਸੈਕਸ ਵਾਲੀਆਂ ਗੋਲੀਆਂ ਖਾਣ ਦਾ। ਔਰ ਇਕੱਲਾ ਵਰਤਾਰਾ ਨਹੀਂ ਵੱਧ ਰਿਹਾ, ਦੂਜਾ ਵਰਤਾਰਾ ਜਿਹੜਾ ਸਾਹਮਣੇ ਆਇਆ ਉਹ ਬਹੁਤ ਹੀ ਖਤਰਨਾਕ ਹੈ ਕਿ ਇਹਦੀ ਡੋਜ਼ ਵੱਧ ਰਹੀ ਹੈ। ਪਹਿਲਾਂ 25 ਦੀ ਆਈ, ਫਿਰ 50 ਦੀ ਆਈ, ਹੁਣ 100 ਦੀ ਖਾਣ ਲੱਗੇ ਲੋਕ, 2-3 ਖਾਣ ਲੱਗੇ ਆ। ਤਾਂ ਕੀ ਹੋ ਗਿਆ, ਜਿਹੜਾ ਰਿਕਮੈਂਡਡ ਡੋਜ਼ ਹੈ ਜਿਹਦੇ ਉੱਪਰ ਸਾਈਡ ਇਫੈਕਟ ਆਉਣ ਦੀ ਸੰਭਾਵਨਾ ਘੱਟ ਹੈ, ਅਦਰਵਾਈਜ਼ ਇਹਦੇ 'ਚ ਕੀ ਹੋ ਰਿਹਾ ਕਿ ਬਹੁਤ ਸਾਰੇ ਲੋਕ ਮਰ ਰਹੇ ਹਨ। ਸਟੱਡੀਜ਼ ਆਈਆਂ ਨੇ, ਲੋਕ ਸ਼ਰਾਬ ਪੀ ਲੈਂਦੇ ਆ ਇਸੇ ਕੰਮ ਲਈ, ਨਾਲ ਗੋਲੀ ਖਾ ਲੈਂਦੇ ਆ, 2-3 ਗੋਲੀਆਂ ਖਾ ਲੈਂਦੇ ਆ। ਜਿਹੜਾ ਜੋੜ ਹੈ ਦੋਨਾਂ ਚੀਜ਼ਾਂ ਦਾ, ਸ਼ਰਾਬ ਦਾ ਔਰ ਗੋਲੀਆਂ ਦਾ,
ਐਡਾ ਮਾਰੂ ਹੈ ਕਿ ਸਡਨਲੀ ਬੰਦੇ ਦੀ ਡੈਥ ਹੋ ਜਾਂਦੀ ਹੈ। ਅਸੀਂ ਕਹਿੰਦੇ ਹਾਰਟ ਅਟੈਕ ਹੋ ਗਿਆ। ਇਹ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਹੈ ਬਹੁਤ ਖਤਰਨਾਕ ਸ਼ਕਲ ਲੈ ਰਿਹਾ। ਹੁਣ ਆਪਾਂ ਇਸ ਵਰਤਾਰੇ ਦੀਆਂ ਅਲਾਮਤਾਂ ਤੋਂ ਅੱਗੇ ਚੱਲੀਏ ਤੇ ਇਹਦਾ ਦੇਖੀਏ ਵੀ ਜੜ ਕਿੱਥੇ ਹੈ, ਕਿਉਂ ਹੋ ਰਿਹਾ ਏਦਾਂ। ਉਹਦੇ ਨਾਲ ਦੂਜੀ ਜੁੜਵੀਂ ਗੱਲ ਜਿਹੜੀ ਹੋ ਰਹੀ ਹੈ ਉਹ ਹੈਗੀ ਹਾਰਮੋਨ ਡਿਸਟਰਬੈਂਸਿਸ, ਕਿਉਂਕਿ ਦੋਨੋਂ ਆਪਸ ਜੁੜੇ ਹੋਏ ਆ। ਸੈਕਸ ਹਾਰਮੋਨ ਦੇ ਬੇਸ ਤੇ ਹੀ ਸੈਕਸ ਹੋਣਾ। ਸੈਕਸ ਦੇ ਅੰਗਾਂ ਦਾ ਵਿਕਾਸ ਸੈਕਸ ਹਾਰਮੋਨ ਦੇ ਸਿਰ ਤੇ ਹੁੰਦਾ। ਉਹ ਇਕੱਲੇ ਸੈਕਸ ਦੇ ਅੰਗਾਂ ਦਾ ਵਿਕਾਸ ਨਹੀਂ, ਸਰੀਰ ਦਾ ਵਿਕਾਸ ਵੀ ਸੈਕਸ ਹਾਰਮੋਨ ਦੇ ਸਿਰ ਤੇ ਹੁੰਦਾ। ਮੇਲ 'ਚ ਟੈਸਟੋਸਟੀਰੋਨ ਹੈ, ਫੀਮੇਲ 'ਚ ਈਸਟ੍ਰੋਜਨ ਤੇ ਪ੍ਰੋਜੈਸਟਰੋਨ ਹੈ। ਕਦੋਂ ਬਣਦੇ ਆ? ਜਦੋਂ ਬੱਚੀ ਜਾਂ ਬੱਚਾ ਜਵਾਨ ਹੁੰਦੇ ਆ। ਆਪਾਂ ਦੇਖਦੇ ਹਾਂ ਕਿ ਜਿਹੜਾ ਬੱਚਾ, ਛੋਟਾ ਬੱਚਾ ਹੈ, ਉਹਦਾ ਜਿਹੜਾ ਅੰਗ ਹੁੰਦੇ ਆ ਕਿੰਨੇ ਛੋਟੇ ਛੋਟੇ ਹੁੰਦੇ ਆ, ਲੇਕਿਨ ਜਦੋਂ ਉਹ ਅਡਲਟ ਹੋ ਜਾਂਦਾ ਤਾਂ ਇੱਕਦਮ 2-3 ਸਾਲਾਂ 'ਚ ਹੀ ਉਹਦੇ ਅੰਗ ਜਿਹੜੇ ਨੇ ਉਹ ਵਿਕਾਸ ਕਰ ਜਾਂਦੇ, ਕਿਉਂਕਿ ਉਹ ਕੁਦਰਤ ਦੇ ਅੰਦਰ ਇੱਕ ਟਾਈਮ ਕਲੌਕ ਲੱਗਿਆ ਹੋਇਆ, ਉਹਦੇ ਕਲੌਕ ਬਣਾ ਕੇ ਭੇਜਦੀ ਹੈ। ਇੰਨੇ ਸਾਲ ਬਾਅਦ ਉਹ ਕਲੌਕ ਐਕਟਿਵ ਹੋ ਜਾਂਦਾ ਹੈ, ਉਹ ਸੈਕਸ ਹਾਰਮੋਨ ਐਕਟਿਵ ਹੋ ਜਾਂਦੇ ਆ। ਪਹਿਲਾਂ ਇਹ ਵਰਤਾਰਾ ਵਾਪਰਦਾ ਸੀਗਾ ਕੋਈ 17 ਸਾਲ, 16-17 ਸਾਲ ਮੁੰਡਿਆਂ 'ਚ, ਤੇ ਥੋੜਾ ਜਿਹਾ ਫੀਮੇਲ 'ਚ ਥੋੜਾ ਜਿਹਾ ਅਰਲੀ ਸੀਗਾ। ਲੇਕਿਨ ਅੱਜ ਇਹ ਵਰਤਾਰਾ ਜਿਹੜਾ ਹੈਗਾ ਕੁੜੀਆਂ 'ਚ ਬਹੁਤ ਜ਼ਿਆਦਾ ਅਰਲੀ ਹੋ ਗਿਆ। ਤੁਸੀਂ ਪਾਓਗੇ ਕਿ 9-9 ਸਾਲ ਦੀਆਂ, 8-8 ਸਾਲ ਦੀਆਂ ਬੱਚੀਆਂ ਨੂੰ ਮੈਸੇਜ ਆ ਰਹੇ हैं। ਔਰ ਮੈਸੇਜ ਤੋਂ ਮੈਨੂੰ ਯਾਦ ਆਇਆ ਕਿ ਆਪਾਂ ਮੈਂਸਟਰੁਅਲ ਡਿਸਟਰਬੈਂਸਿਸ ਦੀ ਗੱਲ ਨਹੀਂ ਕੀਤੀ, ਕਿ ਮੈਂਸਟਰੁਅਲ ਡਿਸਟਰਬੈਂਸਿਸ ਬਹੁਤ ਜ਼ਿਆਦਾ ਹੋ ਰਹੀਆਂ ਨੇ। ਜਿੱਥੇ ਇੱਕ ਵਰਤਾਰਾ ਇਹ ਹੋ ਰਿਹਾ ਹੈ 8-8, 9-9 ਸਾਲ ਦੀਆਂ ਬੱਚੀਆਂ ਨੂੰ ਮੈਸੇਜ ਆ ਰਹੇ ਹੈ ਔਰ ਇੱਕਦਮ ਉਹਨਾਂ ਵਾਸਤੇ ਇੱਕ ਸ਼ੌਕ ਹੁੰਦੀ ਹੈ, ਦੰਗ ਰਹਿ ਜਾਂਦੀ ਮਾਂ ਵੀ, ਮਾਂ ਬਾਪ ਵੀ ਔਰ ਬੱਚੀ ਵੀ। तो ਬੱਚੀ ਉਸ ਵੇਲੇ ਪ੍ਰਿਪੇਅਰਡ ਹੀ ਨਹੀਂ ਹੈ ਉਹਨੂੰ ਹੈਂਡਲ ਕਰਨ ਲਈ, ਤੇ ਉਹਨੂੰ ਮੈਸੇਜ ਸ਼ੁਰੂ ਹੋ ਜਾਂਦੇ ਆ। ਬੱਚੀ ਵੀ ਘਬਰਾ ਜਾਂਦੀ ਹੈ, ਮਾਂ ਵੀ ਘਬਰਾ ਜਾਂਦੀ ਹੈ, ਇਹ ਕੀ ਹੋ ਗਿਆ। ਜਿਹੜਾ ਵਰਤਾਰਾ ਕਿਸੇ ਜ਼ਮਾਨੇ 'ਚ 15-16 ਸਾਲ ਤੇ ਹੁੰਦਾ ਸੀ, 10ਵੀਂ 'ਚ ਜਾ ਕੇ 9ਵੀਂ, 10ਵੀਂ, 11ਵੀਂ, 12ਵੀਂ 'ਚ ਹੁੰਦੇ ਸੀਗੇ, ਅੱਜ ਉਹ ਵਰਤਾਰਾ ਤੀਜੀ, ਚੌਥੀ, ਪੰਜਵੀਂ 'ਚ ਹੋ ਰਿਹਾ। ਮੁੰਡਿਆਂ 'ਚ ਉਲਟਾ ਹੋ ਗਿਆ, ਮੁੰਡਿਆਂ 'ਚ ਜਾਪਦਾ ਕਿ ਥੋੜਾ ਲੇਟ ਹੋ ਗਿਆ। ਉਹਨਾਂ ਜਿੰਨਾ ਸਪਸ਼ਟ ਤੌਰ ਤੇ ਦਿਖ ਰਿਹਾ ਮੁੰਡਿਆਂ 'ਚ, ਉਹਨਾਂ ਸਪਸ਼ਟ ਤੌਰ ਤੇ ਨਹੀਂ ਦਿਖ ਰਿਹਾ, ਲੇਕਿਨ ਇਹ ਵਰਤਾਰਾ ਕਿਤੇ ਨਾ ਕਿਤੇ ਦਿਖ ਰਿਹਾ ਕਿ ਮੁੰਡਿਆਂ 'ਚ ਲੇਟ ਹੈ। ਉਹਦਾ ਕੀ ਲਾਮ ਪਾਓਗੇ ਤੁਸੀਂ ਸਕੂਲਾਂ 'ਚ ਜਾ ਕੇ ਦੇਖੋ, ਔਰ 50 ਸਾਲ ਪਹਿਲਾਂ ਆਪਣੇ ਬਜ਼ੁਰਗ ਨੂੰ ਦੇਖੋ ਕਿ ਤੁਹਾਡੀ ਦਾੜੀ ਕਿੰਨੀ ਉਮਰ 'ਚ ਆਉਂਦੀ ਸੀ। ਤੁਸੀਂ ਪਾਓਗੇ ਕਿ ਅੱਜ ਮੁੰਡੇ ਨੂੰ ਦਾੜੀ ਲੇਟ ਆ ਰਹੀ ਹੈ। 9ਵੀਂ 10ਵੀਂ 'ਚ ਬੱਚੇ ਅਣਦਾੜੀਏ ਬੱਚੇ ਕਿੰਨੇ ਕੁ ਨੇ, ਤੇ 50 ਸਾਲ ਪਹਿਲਾਂ ਕਿੰਨੇ ਹੁੰਦੇ ਸੀਗੇ, ਉਹ ਕੰਪੈਰੀਜ਼ਨ ਇਹ ਕਰ ਸਕਦੇ ਆਪਾਂ। ਉਹਦੇ 'ਚ ਵੀ ਆਬਵੀਅਸ ਹੋਏਗਾ ਕਿ ਬੱਚਿਆਂ 'ਚ, ਮੁੰਡਿਆਂ 'ਚ ਇਹ ਵਿਕਾਸ ਜਿਹੜਾ ਉਹ ਲੇਟ ਹੋ ਰਿਹਾ ਉਲਟਾ। तो सम हार्मोन, मकसद ये है मेरा कहने तो कि हार्मोन डिस्टर्ब हो रहे हैं साडे। सैक्स हार्मोन्स बड़े इंपॉर्टेंट हार्मोन ने शरीर के। दूसरे हार्मोन डिस्टर्बेंस की स्पष्ट एविडेंस साडे सामने है थायराइड। थायराइड जिहड़ा किसी जमाने च बड़ा ही रेयर हुंदा सी। ਜਦੋਂ मैं MBBS करदा सी तो थायराइड बड़ा ही घट सुनते हुंदे सी असीं, विरला विरला। अज थायराइड दी नेरी आई पई है। जने खने कोई परिवार ਇਹੋ ਜਿਹਾ ਜਿੱਥੇ थायराइड ਦਾ ਕਦਾ ਕੇਸ ਨਹੀਂ ਆਇਆ, ਜਾਂ ਕਿਸੇ ਦੇ ਨਹੀਂ ਆ ਤੇ ਗੁਆਂਢ ਹੋਏਗਾ। ਜਿਹਦੇ ਜ਼ਿਆਦਾ ਘੱਟ थायराइड ਵਾਲੇ ਆ, ਕੁਝ ਜ਼ਿਆਦਾ थायराइड ਬਣਨ ਵਾਲੇ ਵੀ ਆ। थायराइड ਤੇ ਇਦਾਂ ਹੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਗਈ। ਇਸ ਤਰ੍ਹਾਂ ਸ਼ੂਗਰ ਜਿਹੜੀ ਆ ਉਹ ਵੀ ਕਿਤੇ ਨਾ ਕਿਤੇ ਹਾਰਮੋਨ ਨਾਲ ਜੁੜੀ ਹੋਈ, ਉਹ ਵੀ ਹਾਰਮੋਨ ਇਨਸੂਲਿਨ ਵੀ। ਜਿਹੜੇ ਹਾਰਮੋਨਸ ਹੁੰਦੇ ਆ, ਮੈਂ ਇੱਥੇ ਥੋੜੀ ਜਿਹੜਾ ਦੇਦਾ ਰੈਫਰੈਂਸ, ਹਾਰਮੋਨਸ ਉਹ ਸਕ੍ਰੀਸ਼ਨਸ ਨੇ, ਉਹ ਰਸ ਨੇ ਸਰੀਰ ਦੇ ਅੰਦਰ, ਜਿਹੜੇ ਕਿ ਗ੍ਰੰਥੀਆਂ, ਛੋਟੀਆਂ ਛੋਟੀਆਂ ਗ੍ਰੰਥੀਆਂ ਨੇ, ਉਹ ਸਿੱਧਾ ਖੂਨ 'ਚ ਛੱਡ ਦਿੰਦੀਆਂ ਨੇ। ਲੇਕਿਨ ਖੂਨ ਦੇ ਵਿੱਚ ਸਿਰਫ ਤੇ ਸਿਰਫ ਉਹ ਅੰਗ ਹੀ ਉਹਨੂੰ ਕੈਚ ਕਰਦਾ ਜਿਸ ਅੰਗ ਲਈ ਬਣੇ ਹੁੰਦੇ ਹੋ, ਬਾਕੀ ਉਹਨੂੰ ਨਹੀਂ ਕੈਚ ਕਰਦੇ, ਬਾਕੀ ਇਗਨੋਰ ਕਰਦੇ ਉਹਨੂੰ। ਉਹਦੇ ਸਭ ਤੋਂ ਸਟਰੋਂਗ ਹਾਰਮੋਨ ਪ੍ਰੋਡਿਊਸ ਕਰਨ ਵਾਲੀ ਚੀਜ਼ ਜਿਹੜੀ ਉਹ ਬ੍ਰੇਨ ਦੇ ਅੰਦਰ ਹੈ, ਪਿਟਿਊਟਰੀ ਗਲੈਂਡ ਹੈ, ਜਿਹੜੀ ਸਾਰੇ ਬਾਕੀ ਹਾਰਮੋਨ ਨੂੰ ਕੰਟਰੋਲ ਕਰਦੀ ਹੈ। ਔਰ ਉਸ ਤੋਂ ਅੱਗੇ ਨੇ ਜਿਹੜੇ 4-5 ਨੇ, ਉਹ ਹੈਗੇ ਤੁਹਾਡੇ थायराइड है, ਸੈਕਸ ਵਾਲੇ ਦੋਨੋਂ ਟੈਸਟੋਸਟੀਰੋਨ, ਮੇਲ ਦਾ ਤਾਲੂ ਤੇ
टेस्टिस और फीमेल च ओवरी है, फिर थोड़े एड्रेनल ग्लैंड है, फिर थोड़े इंसुलिन है पैंक्रियाज अंदर शुगर कंट्रोल करती है। ये जो हार्मोन्स का वरतारा है ये भी बहुत बुरी तरह डिस्टर्ब हो रहा। तो प्रजनन क्रिया के हार्मोन्स इकट्ठे ही दोनों रल के बहुत खतरनाक स्थिति बन गई है समाज के अंदर। ਉਹਦੇ ਅੰਦਰ ਜਿੱਥੇ ਸਰੀਰਕ ਬਿਮਾਰੀਆਂ ਨੇ, ਜਿਹੜਾ ਐਡਰਨਲ ਗਲੈਂਡ ਹੈ ਗੁਰਦਿਆਂ ਦੇ ਉੱਪਰ, ਗੁਰਦਿਆਂ ਦੇ ਉੱਪਰ ਟੋਪੀ ਵਾਂਗੂ ਪਿਆ ਹੁੰਦਾ ਦੋਨੋਂ ਪਾਸੇ, ਛੋਟੇ ਛੋਟੇ ਜਿਹੇ ਜਿਵੇਂ ਟੋਪੀ ਪਾਈ ਹੁੰਦੀ ਹੈ, ਦੋਨਾਂ ਗੁਰਦਿਆਂ ਦੇ ਉੱਪਰ ਟੋਪੀ ਹੈ, ਉੱਥੇ ਐਡਰਨਲ ਗਲੈਂਡ ਪਏ ਹੈ। ਉਹ ਕਿੰਨੇ ਹੀ ਹਾਰਮੋਨ ਉਹ ਬਣਾਉਂਦੇ ਆ, ਕਈ ਸਾਰੇ ਜਿਹੜੇ ਕਿ ਪੂਰਾ ਬੀਪੀ ਨੂੰ ਵੀ ਕੰਟਰੋਲ ਕਰਦੇ ਆ, ਉਹ ਤੁਹਾਡੇ ਸਰੀਰ ਦੀ ਚੁਸਤੀ ਨੂੰ ਵੀ ਕੰਟਰੋਲ ਕਰਦੇ ਆ। ਜਿਵੇਂ ਸਾਡੇ ਸਰੀਰ ਦੇ ਅੰਦਰ ਹਾਰਮੋਨ ਨੇ, ਸਟ੍ਰੈਸ ਹਾਰਮੋਨ ਨੇ, ਜਿਹਦੇ ਸਿਰ ਤੇ ਅਸੀਂ ਸਾਰਾ ਦਿਨ ਕੰਮ ਕਰਦੇ ਹਾਂ ਤੇ ਫਿਰ ਰਾਤ ਨੂੰ ਥੱਕ ਜਾਂਦੇ ਹਾਂ, ਥੱਕ ਕੇ ਫਿਰ ਦੁਬਾਰਾ ਸੋ ਜਾਂਦੇ ਤੇ ਅਗਲੇ ਦਿਨ ਫਿਰ ਫਰੈਸ਼ ਉੱਠਦੇ ਆ। ਉਹ ਕੌਣ ਕਰਦਾ? ਐਡਰਨਲ ਕਾਰਟੈਕਸ। ਐਡਰਨਲ ਦਾ ਇੱਕ ਹਿੱਸਾ ਜਿਹਨੂੰ ਕਾਰਟੈਕਸ ਕਹਿੰਦੇ ਅਸੀਂ। ਐਡਰਨਲ ਕਾਰਟੈਕਸ ਦੇ ਅੰਦਰ ਜਿਹੜੇ ਸਟੀਰੋਇਡਸ ਬਣਦੇ ਆ, ਜਿਹੜੇ ਬਾਡੀ ਦੇ ਅੰਦਰ ਜਿਹੜੇ ਜਿਹਨੂੰ ਸਟ੍ਰੈਸ ਹਾਰਮੋਨ ਆਪਾਂ ਕਹਿੰਦੇ ਆ, ਉਹ ਬਣਦੇ ਆ। ਉਹ ਬਾਡੀ ਨੂੰ ਕੰਡੇ ਰੱਖਦੇ, ਜਿਹਨੂੰ ਕੰਡੇ ਤੇ ਰੱਖਣਾ, ਚੁਸਤ ਫੁਰਤ, ਮਾਨਸਿਕ ਤੌਰ ਤੇ ਵੀ ਚੁਸਤ ਤੇ ਸਰੀਰਕ ਤੌਰ ਤੇ ਵੀ ਚੁਸਤ, ਥਕਾਵਟ ਨਹੀਂ ਹੋ ਰਹੀ। ਜੇ ਆਪਾਂ ਸਵੇਰੇ ਉੱਠਦੇ ਆ, ਸਰੀਰ ਏਦਾਂ ਦਾ ਬਣਿਆ ਹੋਇਆ ਕਿ ਇਹਦੀ ਘੱਟੋ ਘੱਟ 12 14 16 ਘੰਟਿਆਂ ਲਈ ਮੁੜ ਕੇ ਫਿਰ ਕੋਈ ਨੂੰ ਲੋੜ ਨਹੀਂ ਪੈਣੀ ਚਾਹੀਦੀ ਕਿਸੇ ਕਿਸਮ ਦੀ ਜਿਹੜੀ ਹੈ ਸਪੋਰਟ ਦੀ, ਤੇ ਚੁਸਤ ਰਹੇਗਾ। ਅੱਜ ਕੀ ਹੋ ਰਿਹਾ? ਉੱਠਦੇ ਹੋ ਦਿਨ ਚ 2-3 ਘੰਟੇ ਤੁਸੀਂ ਫਰੈਸ਼ ਰਹਿੰਦੇ ਹੋ, ਮੁੜ ਕੇ 11 ਵਜੇ ਤੁਹਾਡੀ ਫੂਕ ਨਿਕਲ ਜਾਂਦੀ ਹੈ। ਤੁਸੀਂ ਆਲੇ ਦੁਆਲੇ ਆਪਣੀ ਨਿਗਾਹ ਮਾਰ ਕੇ ਦੇਖਿਓ ਕਿ ਐਡਰਨਲ ਕਾਰਟੈਕਸ ਦੇ ਹਾਰਮੋਨ ਦਾ ਮਤਲਬ ਬਹੁਤ ਬੁਰੀ ਤਰ੍ਹਾਂ ਡਿਸਟਰਬ ਹੋ ਰਿਹਾ। ਇਹਨੂੰ ਐਡਰਨਲ ਫਟੀਗ ਕਹਿੰਦੇ ਆ। ਐਡਰਨਲ ਫਟੀਗ ਹੋ ਰਹੀ ਹੈ। ਐਡਰਨਲ ਫਟੀਗ ਦਾ ਮਤਲਬ ਕੀ ਹੈ? ਕਿ ਤੁਹਾਡਾ ਐਡਰਨਲ ਗਲੈਂਡ ਜਿਹੜਾ ਕਿ ਜਿਹਨੇ ਤੁਹਾਨੂੰ ਸਵੇਰੇ ਉੱਠਣ ਤੋਂ ਬਾਅਦ ਕੰਡੇ ਤੇ ਰੱਖਣਾ ਸੀ ਅਗਲੇ 12 15 16 ਘੰਟਿਆਂ ਲਈ, ਉਹ ਫਟੀਗ ਹੋ ਗਿਆ, ਥੱਕ ਚੁੱਕਿਆ। ਉਹ ਥੱਕ ਚੁੱਕਿਆ। ਐਡਰਨਲ ਫਟੀਗ ਯਾਨੀ ਕਿ ਉਹਦੀ ਕੈਪੈਸਿਟੀ ਜਿਹੜੀ ਤੁਹਾਨੂੰ ਪਹਿਲਾਂ 12 15 ਘੰਟੇ ਕੰਡੇ ਤੇ ਤੰਦਰੁਸਤ ਰੱਖਣ ਦੀ, ਚੁਸਤ ਰੱਖਣ ਦੀ ਕੈਪੈਸਿਟੀ ਸੀ, ਅੱਜ ਉਹ 3-4 ਘੰਟੇ ਦੀ ਰਹਿ ਗਈ। ਇਹਨੂੰ ਐਡਰਨਲ ਫਟੀਗ ਕਹਿੰਦੇ ਅਸੀਂ। ਐਡਰਨਲ ਫਟੀਗ ਦਾ ਕੀ ਲਾਮਤਾਂ ਨੇ? ਥੱਕੇ ਰਹਿਣਾ, ਥੱਕੇ ਰਹਿਣਾ, ਹਰ ਵੇਲੇ ਬਾਸੀਆਂ ਜਾਈ ਜਾਂਦੀਆਂ ਨੇ, ਥੱਕੀਆਂ, ਕੰਮ ਕਰਨ ਨੂੰ ਜੀ ਨਹੀਂ ਕਰ ਰਿਹਾ, ਹੱਡ ਪੈਰ ਟੁੱਟ ਰਹੇ ਆ, ਕੋਈ ਪਿੱਠ ਦੁਖ ਰਹੀ ਹੈ, ਕਿਸੇ ਬਾਂਹ ਦੁਖ ਰਹੀ ਹੈ, ਕੋਈ ਮਤਲਬ ਤੁਹਾਨੂੰ ਸਰੀਰ 'ਚ ਹਲਕਾਪਨ ਹੈ ਹੀ ਨਹੀਂ, ਸਰੀਰ ਭਾਰੀ ਹੈ। ਤੁਸੀਂ ਆਪ ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ ਦੇਖੋ ਇਹ ਵਰਤਾਰਾ ਕਿੰਨਾ ਜ਼ਿਆਦਾ ਹੈ। ਮੈਸਿਵ, ਲਗਭਗ ਹਰ ਬੰਦੇ ਨੂੰ ਐਡਰਨਲ ਫਟੀਗ। तो ये वर्तारा जो हार्मोन्स का और प्रजनन क्रिया का ये इकट्ठा ऑपरेट कर रहा है। ਇਹਦੇ ਸਰੀਰਕ ਬਿਮਾਰੀਆਂ ਵੀ ਹੋ ਰਹੀਆਂ, ਮਾਨਸਿਕ ਬਿਮਾਰੀਆਂ ਵੀ ਹੋ ਰਹੀਆਂ। ਦੇਖੋ ਜਿਹਦਾ ਮਾਨਸਿਕ ਬਿਮਾਰੀ ਦਾ ਦੇਖੋ ਕਿਵੇਂ ਸੈਕਸ ਨਾਲ ਜੁੜਿਆ ਹੋਇਆ। ਕਿੰਨੇ ਕੁ ਪੇਰੈਂਟਸ ਨੇ, ਜਿੰਨੇ ਵਿਆਹ ਵਾਲੇ ਕਪਲ ਨੇ, ਜੇ ਉਹਦੇ ਬੱਚਾ ਨਾ ਹੋਵੇ ਤਾਂ ਉਹ ਕਿੰਨੇ ਕੰਫਰਟੇਬਲ ਫੀਲ ਕਰਦੇ ਆ ਸਾਡੇ ਸਮਾਜ। ਬਹੁਤ ਬੁਰੀ ਹਾਲਤ ਹੁੰਦੀ ਹੈ। ਉਹ ਡਿਪਰੈਸ਼ਨ ਦਾ ਮਰੀਜ਼ ਹੋ ਜਾਂਦੇ ਆ, ਉਹ ਚਿੰਤਾ ਚਲੇ ਜਾਂਦੇ ਆ, ਉਹਨੂੰ ਆਲੇ ਦੁਆਲੇ ਜੋ ਉਹਨਾਂ ਨੂੰ ਸਹਿਣਾ ਪੈਂਦਾ ਲੋਕਾਂ ਦੀਆਂ ਗੱਲਾਂ ਬਾਤਾਂ, ਸੱਸ ਦੀ, ਸਹੁਰੇ ਦੀ, ਸਮਾਜ ਦੀ, ਉਹ ਹੈ। ਜੇ ਬੱਚਾ ਨਹੀਂ ਹੁੰਦਾ ਤਾਂ ਬਿਲਕੁਲ ਹੀ ਬੁਰਾ ਹਾਲ ਹੋ ਜਾਂਦਾ ਹੁੰਦਾ। ਇਹੋ ਜਿਹੇ ਲੋਕ ਨੇ ਜਿਹੜੇ ਇੰਨੇ ਜ਼ਿਆਦਾ ਡਿਪਰੈਸ਼ਨ ਦੇਖੇ ਮੈਂ, ਜਿਸ ਕਰਕੇ ਕਿ ਬੱਚਾ ਨਹੀਂ ਹੋ ਰਿਹਾ। ਫਿਰ ਚੋਰੀ ਜਾ ਕੇ ਨਕਲੀ ਬੱਚਾ ਕਰਾਉਂਦੇ ਆ। ਉਹਦੇ ਨਾਲ ਕਿੱਦਾਂ ਮਾਨਸਿਕ ਸਿਹਤ ਦਾ ਕੀ ਹਾਲ ਹੋਏਗਾ? ਚੋਰੀ ਕਰਾਉਣਾ, ਫਿਰ ਉਹਨੂੰ ਗੁਪਤ ਰੱਖਣਾ, ਫਿਰ ਉਹ ਪੈਸੇ ਖਰਚਣੇ, ਉਹਦੇ ਉੱਪਰ ਜੋ ਪੈਸੇ ਇਕੱਠੇ ਕਰਨੇ। ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਅੱਗੇ ਦੀ ਅੱਗੇ ਚੇਨ ਲੜੀ ਬਣੀ ਹੋਈ ਹੈ, ਜਿਹੜਾ ਸਾਡੇ ਸਮਾਜ ਦੇ ਅੰਦਰ ਸਰੀਰਕ, ਮਾਨਸਿਕ ਔਰ ਜਿਹੜੀਆਂ ਸਮਾਜਿਕ ਕਿਸਮ ਦੀਆਂ ਦਿੱਕਤਾਂ ਜਿਹੜੀਆਂ ਨੇ ਖੜਾ ਕਰ ਰਿਹਾ। ਤੋ ਇਹ ਵਰਤਾਰਾ ਕਿਤੇ ਹਾਰਮੋਨ ਡਿਸਰਪਟਰਸ ਜਿਹੜੇ ਨੇ, ਅਸੀਂ ਉਹਨੂੰ ਕਹਿੰਦੇ ਹਾਰਮੋਨ ਡਿਸਰਪਟਰਸ। ਇਹ ਹਾਰਮੋਨਸ ਨੂੰ ਕੌਣ ਨਹੀਂ ਕੰਮ ਕਰ ਦੇ ਰਿਹਾ? ਹਾਰਮੋਨਲ ਡਿਸਰਪਟਰਸ। ਉਹ ਕੌਣ ਨੇ? ਉਹ ਸਾਡੇ ਹਵਾ ਦੇ ਅੰਦਰ, ਸਾਡੇ ਪਾਣੀ ਦੇ ਅੰਦਰ, ਸਾਡੀ ਮਿੱਟੀ ਦੇ ਅੰਦਰ ਕੁਝ ਜ਼ਹਿਰ ਨੇ ਜਿਹੜੇ ਹਾਰਮੋਨਲ ਡਿਸਰਪਟਰਸ ਨੇ। ਉਹੀ ਹਾਰਮੋਨਲ ਡਿਸਰਪਟਰ ਤੁਹਾਡੇ ਹਾਰਮੋਨ ਨੂੰ ਕੰਮ ਨਹੀਂ ਕਰਨ ਦੇ ਰਹੇ, ਉਹੀ ਐਡਰਨਲ ਨੂੰ ਕੰਮ ਕਰਨ ਦੇ, ਉਹੀ ਇਨਸੂਲਿਨ ਨੂੰ ਕੰਮ ਕਰਨ ਦਿੰਦੇ, ਉਹੀ ਜਿਹੜੇ ਨੇ ਤੁਹਾਡਾ ਥਾਇਰਾਇਡ ਨੂੰ ਨਹੀਂ ਕੰਮ ਕਰਨ ਦੇ ਰਹੇ, ਉਹੀ ਤੁਹਾਡੇ ਸੈਕਸ ਹਾਰਮੋਨ ਨੂੰ ਕੰਮ। ਇਹ ਵਰਤਾਰਾ ਕਿੰਨਾ ਕੁ ਹੋ ਚੁੱਕਿਆ, ਇੰਨਾ ਕੁ ਜ਼ਿਆਦਾ ਮੈਸਿਵ ਹੈ, ਇੰਨਾ ਕੁ ਜ਼ਿਆਦਾ ਹੈ ਕਿ ਅਸੀਂ ਅੱਜ ਤੋਂ 7-8 ਸਾਲ ਪਹਿਲਾਂ ਬਹੁਤ ਚਿੱਠੀਆਂ ਲਿਖ ਕੇ ਮੁੱਖ ਮੰਤਰੀ ਨੂੰ ਚਿੱਠੀਆਂ ਤੱਕ ਲਿਖੀਆਂ ਸੀ। ਮੈਨੂੰ ਯਾਦ ਹੈ ਅੰਦਰ ਜੀ ਨੇ ਕਿਹਾ ਜੀ ਡਰਾਫਟਿੰਗ ਕਰਨ ਲੱਗਿਆ, ਬੜਾ ਜ਼ੋਰ ਲਾਇਆ ਸੀ ਵੀ ਡਰਾਫਟਿੰਗ ਅਸੀਂ ਬਣਾਇਆ ਸੀ, ਜਿਹਦੀ ਅਸੀਂ ਮੰਗ ਕੀਤੀ ਸੀ ਕਿ ਪੰਜਾਬ ਦੇ ਅੰਦਰ एनवायरमेंटल एमरजेंसी घोषित करो। एनवायरमेंटल एमरजेंसी घोषित करके एक बड़ा हैल्थ कमीशन बनाओ, एपीडेमियोलॉजी कमीशन बनाओ, जो सारिया गल्लां नूं प्रोब करे। लेकिन कोई किसी दे करना ते जूं नहीं सरकनी सी। असीं भी अपने लैवल ते जो करना सी हौली हौली करी जा रहे हैं।
लेकिन कोई वो वरतारे ਨੂੰ ਕੋਈ ਸਰਕਾਰਾਂ ਜਾਂ ਕੋਈ ਸੀਰੀਅਸਲੀ ਨਹੀਂ ਲੈ ਰਿਹਾ। ਅੱਜ ਸਮਾਜ ਵੀ ਉਹਨੂੰ ਉਹਨਾਂ ਸੀਰੀਅਸਲੀ ਨਹੀਂ ਲੈ ਰਿਹਾ, ਕਿਵੇਂ ਸੀਰੀਅਸਲੀ ਨਹੀਂ ਲੈ ਰਿਹਾ। ਤੇ ਇਹ ਜਿਹੜਾ ਵਰਤਾਰਾ ਸਾਡੇ ਆਲੇ ਦੁਆਲੇ ਵਾਪਰ ਰਿਹਾ, ਕਾਰਨ ਉਹਦੇ ਅੰਦਰ ਸਪਸ਼ਟ ਨੇ ਕਿ ਸਾਡੀ ਹਵਾ ਪ੍ਰਦੂਸ਼ਿਤ ਹੈ, ਉਹਦੇ ਅੰਦਰ ਕਿੰਨੇ ਜ਼ਹਿਰ ਜਿਹੜੇ ਡਿਫਾਈਨ ਹੋ ਚੁੱਕੇ ਹਨ ਕਿ ਹਵਾ ਦੇ ਅੰਦਰ ਜ਼ਹਿਰ ਨੇ, ਦੂਜੇ ਪਾਣੀ 'ਚ ਜ਼ਹਿਰ ਨੇ। ਜਿਹੜਾ ਇੱਕ ਤਾਂ ਪਾਣੀ ਦੇ ਜ਼ਹਿਰ ਅਸੀਂ ਪਾ ਲਏ ਖੇਤੀ ਰਾਹੀਂ, ਉਹ ਪਾਣੀ 'ਚ ਆ ਰਹੇ ਆ, ਉੱਪਰਲੇ ਪਾਣੀ 'ਚ ਵੀ ਰਲ ਰਹੇ ਆ, ਥੱਲੜੇ ਪਾਣੀ 'ਚ ਵੀ ਜਾ ਰਹੇ ਆ, ਜਿਹੜੇ ਕਿਉਂਕਿ ਵਾਤਾਵਰਨ ਬਹੁਤ ਛੋਟਾ ਜਿਹਾ ਹੁੰਦਾ। ਹਵਾ ਪਾਣੀ ਮਿੱਟੀ ਕਹਿਣ ਨੂੰ ਅਲੱਗ-ਅਲੱਗ ਨੇ, ਤੁਸੀਂ ਸੋਚ ਕੇ ਦੇਖੋ ਹਵਾ ਪਾਣੀ ਮਿੱਟੀ ਅਲੱਗ-ਅਲੱਗ ਹੈਗੇ। ਹਵਾ ਪਾਣੀ ਤੇ ਮਿੱਟੀ ਇੱਕ ਅਲੱਗ-ਅਲੱਗ ਨਹੀਂ ਹੈਗੇ, ਉਹ ਇੱਕ ਹੀ ਵਾਤਾਵਰਨ ਦਾ, ਇੱਕ ਹੀ ਸਰਾਊਂਡਿੰਗ ਦਾ ਪਾਰਟ ਨੇ। ਜੋ ਹਵਾ 'ਚ ਅੱਜ ਖੜਾ ਹੈ, ਕੱਲ ਨੂੰ ਉਹ ਬਾਰਿਸ਼ ਹੋਏਗੀ ਜਾਂ ਤੇਲ ਪੈਗੀ ਜਾਂ ਜਦੋਂ ਹਵਾ ਸਲੋ ਹੋ ਜਾਏਗੀ ਤਾਂ ਥੱਲੇ ਆ ਜਾਏਗਾ, ਜ਼ਮੀਨ ਤੇ ਗਿਰੇਗਾ, ਉਹ ਹਵਾ ਮਿੱਟੀ ਪਾਣੀ 'ਚ ਆ ਜਾਏਗਾ। ਕੱਲ ਨੂੰ ਹਨੇਰੀ ਚੱਲੇਗੀ ਤੇ ਜੋ ਮਿੱਟੀ 'ਚ ਹੈ ਉਹ ਉੜ ਕੇ ਪਾਣੀ 'ਚ ਉਹਦੇ ਚਲਾ ਜਾਏਗਾ, ਜਾਂ ਪਾਣੀ ਵਾਲਾ ਫਿਰ ਮਿੱਟੀ 'ਚ ਆ ਜਾਏਗਾ, ਮਿੱਟੀ ਵਾਲਾ ਫਿਰ ਪਾਣੀ 'ਚ ਆ ਜਾਏਗਾ। ਤਾਂ ਕਿਤੇ ਨਾ ਕਿਤੇ ਇਹ ਜਿਹੜਾ ਪ੍ਰਦੂਸ਼ਣ ਹੈ ਇਹ ਕੋਈ ਅੱਡ ਨਹੀਂ ਹੁੰਦਾ। ਕੁਝ ਜ਼ਹਿਰ ਇਹੋ ਜਿਹੇ ਨੇ ਜਿਹੜੇ ਹਵਾ 'ਚ ਵੀ ਜ਼ਹਿਰੀਲੇ ਹੈ, ਜੋ ਅਗਰ ਜ਼ਮੀਨ ਤੇ ਡਿੱਗਣਗੇ ਉੱਥੇ ਵੀ ਜ਼ਹਿਰੀਲੇ ਹੈ। तो जे मिट्टी वाले इकल्ले मिट्टी 'ਚ ਜ਼ਹਿਰੀਲੇ नहीं है, वो भुंज नहीं आ रहे, वो उड़ के हवा 'ਚ चले जाएंगे, वो भी उत्थे भी ਜ਼ਹਿਰੀਲੇ है। तो किते ना किते वरतारा मिट्टी पानी हवा वाला जो है वो बहुत खतरनाक लैवल ते असीं कर लिया होया। असीं कोई ਉਹਦੇ ਬਾਰੇ ਚਿੰਤਨ ਨਹੀਂ ਚੇਤਨ नहीं होए, चिंतन नहीं ਕੀਤਾ ਤੇ ਅਸੀਂ ਪਿਛਲੇ 50-60 ਸਾਲਾਂ 'ਚ ਆਪਣੇ ਆਲੇ ਦੁਆਲੇ ਕੈਮੀਕਲਸ ਦਾ ਇੱਕ ਅੰਬਾਰ ਲਾ ਲਿਆ। ਉਹਨਾਂ ਰਸਾਇਣਾਂ ਦਾ ਜਿਹੜੇ ਮੈਨ ਮੇਡ ਨੇ, ਮਨੁੱਖ ਨੇ ਬਣਾਏ ਆ। ਮਨੁੱਖ ਕਹਿਣਾ ਗਲਤ ਹੈ ਕਿਉਂਕਿ ਖਾਸ ਕਿਸਮ ਦੇ ਹਿੱਤਾਂ ਨੇ ਬਣਾਏ ਆ ਆਪਣੇ ਪ੍ਰੋਫਿਟ ਦੀ ਖਾਤਰ। ਇਹਦੇ 'ਚ ਕੋਈ ਸਾਰੇ ਮਨੁੱਖ ਦੋਸ਼ੀ ਨਹੀਂ ਹੈਗੇ। ਅਸੀਂ ਤਾਂ ਦੋਸ਼ੀ ਇੰਨੇ ਕੀ ਆ ਵੀ ਅਸੀਂ ਬੇਵਕੂਫ ਬਣ ਗਏ, ਭੋਲੇ ਰਹਿ ਗਏ, ਸਾਨੂੰ ਉੱਲੂ ਬਣਾ ਕੇ ਅਗਲੇ ਤੇ ਸਾਡਾ ਆਲਾ ਦੁਆਲਾ ਸਾਰਾ ਖਰਾਬ ਕਰਤਾ, ਸਾਡਾ ਪਾਣੀ ਵੀ ਖਰਾਬ ਕਰਤਾ, ਮਿੱਟੀ ਵੀ ਖਰਾਬ ਕਰਤੀ, ਹਵਾ ਵੀ ਖਰਾਬ ਕਰਤੀ, ਔਰ ਅਸੀਂ ਚੁੱਪਚਾਪ ਦੇਖਦੇ ਰਹੇ। ਇਹ ਦੋਸ਼ੀ ਅਸੀਂ ਵੀ ਹੈਗੇ ਹਾਂ। ਲੇਕਿਨ ਇਹਨੂੰ ਖਰਾਬ ਕਰਨ ਵਾਲੇ ਉਹ ਲੋਕ ਨੇ ਜਿਹੜੇ ਆਪਣੇ ਥੋੜੇ ਹਿੱਤਾਂ ਦੀ ਖਾਤਰ ਸਭ ਕੁਝ ਜਾਣਦੇ ਹੋਏ, ਭੋਲੇ ਭਾਲੇ ਲੋਕਾਂ ਨੂੰ ਤਾਂ ਨਹੀਂ ਪਤਾ ਸੀਗਾ, ਲੇਕਿਨ ਉਹਨਾਂ ਲੋਕਾਂ ਨੂੰ ਜ਼ਰੂਰ ਪਤਾ ਸੀਗਾ ਜਿਹੜੇ ਲਿਆ ਰਹੇ ਸੀ, ਕਿਉਂਕਿ ਸਾਰੀਆਂ ਖੋਜਾਂ ਜਿਹੜੀਆਂ ਨੇ ਬਹੁਤ ਪਹਿਲਾਂ ਹੋ ਚੁੱਕੀਆਂ ਨੇ। ਅੱਜ ਜੋ ਅਸੀਂ ਹਟਾ ਰਹੇ ਹਾਂ, ਪੱਛਮ ਨੂੰ 50 ਸਾਲ ਪਹਿਲਾਂ ਹਟਾ ਚੁੱਕਿਆ ਪਹਿਲਾਂ ਹੀ। ਔਰ ਇਸ ਗੱਲ ਦਾ ਪ੍ਰੂਫ ਹੈ ਕਿ ਜਿਹੜੀ ਟੈਕਨੋਲੋਜੀ ਨੂੰ ਪੱਛਮ ਰਿਜੈਕਟ ਕਰ ਦਿੰਦਾ ਹੈ, ਇਹ ਕਹਿ ਕੇ ਕਿ ਵਾਤਾਵਰਨ ਲਈ ਇਹ ਠੀਕ ਨਹੀਂ ਹੈ, ਉਸ ਟੈਕਨੋਲੋਜੀ ਨੂੰ ਉਹ ਧੱਕੇ ਮਾਰ ਕੇ ਥਰਡ ਵਰਲਡ 'ਚ ਕੱਢ ਦਿੰਦੇ ਆ। ਕਿ ਕੋਈ ਹਿੰਦੁਸਤਾਨ ਭੇਜ ਦਿੰਦੇ ਆ, ਕੋਈ ਅਫਰੀਕਾ ਭੇਜ ਦਿੰਦੇ ਆ, ਕੋਈ ਲਤੀਨੀ ਅਮਰੀਕਾ ਭੇਜ ਦਿੰਦੇ ਆ, ਕੋਈ ਚੀਨ ਭੇਜ ਦਿੰਦੇ ਆ। ਚੀਨ ਵੀ ਇਸ ਮਾਮਲੇ 'ਚ ਬਹੁਤ ਉਹਨਾਂ ਨੇ ਉਹ ਟੈਕਨੋਲੋਜੀ ਲਈ ਜਿਹੜੀ ਹੈ ਵੈਸਟ ਰਿਜੈਕਟ ਹੋ ਚੁੱਕੀ ਸੀ। ਉਦਾਹਰਨ ਦੇ ਤੌਰ ਤੇ ਕੱਪੜੇ ਦੀ ਰੰਗਾਈ ਇਹਦਾ ਜਿਹੜਾ ਕੰਮ ਸੀਗਾ ਸਾਰਾ, ਜਿਹੜਾ ਫੈਸ਼ਨਦਾਰ ਸਾਰਾ ਵੈਸਟ ਨੇ ਕੱਢ ਕੇ ਥਰਡ ਵਰਲਡ ਨੂੰ ਦਿੱਤਾ ਹੋਇਆ। ਇੰਨਾ ਟੌਕਸਿਕ ਆ ਉਹ ਫੈਸ਼ਨਦਾਰ ਕੱਪੜੇ ਦੀ ਪ੍ਰੋਡਕਸ਼ਨ ਜਿਹੜੀ ਆ, ਫੈਸ਼ਨਦਾਰ ਜੁੱਤੀਆਂ ਦੀ ਪ੍ਰੋਡਕਸ਼ਨ, ਉਹ ਤੁਹਾਨੂੰ ਦਿੱਤੀ ਹੋਈ ਉਹਨਾਂ ਨੇ ਕਿ ਤੁਸੀਂ ਇਨਵਾਇਰਮੈਂਟਲ ਕੰਸੀਕੁਐਂਸ ਤੁਸੀਂ ਝੱਲੋ ਪਹਿਲਾਂ। ਇਹ ਕਿਤੇ ਨਾ ਕਿਤੇ ਵਰਤਾਰਾ ਅਸੀਂ ਜਿਹੜਾ ਕੀਤਾ ਹੈ ਹਵਾ ਪਾਣੀ ਮਿੱਟੀ ਨੂੰ ਪ੍ਰਦੂਸ਼ਣ ਕਰਨ ਦਾ, ਉਹਦੇ ਨਾਲ ਜਿਹੜਾ ਅਸੀਂ ਜਿਹੜਾ ਪਾਣੀ ਨੂੰ ਬਹੁਤ ਜ਼ਿਆਦਾ ਡੂੰਘਾ ਕੱਢ ਰਹੇ ਹਾਂ ਥੱਲੇ ਜ਼ਮੀਨ ਤੋਂ, ਉਹ ਵੀ ਪਾਣੀ ਜ਼ਹਿਰੀਲਾ ਹੈ। ਉਹਦੇ ਨਾਲ ਬਹੁਤ ਸਾਰੇ ਜ਼ਹਿਰ ਜਿਹੜੇ ਨੇ ਅਸੀਂ ਜਿਹੜੇ ਜ਼ਮੀਨ ਦੇ ਥੱਲੇ ਚੁੱਪ ਚਪੀਤੇ ਪਏ ਸੀ, ਸਾਨੂੰ ਬਿਨਾਂ ਨੁਕਸਾਨ ਕੀਤੇ, ਉਹਨੂੰ ਚੱਕ ਅਸੀਂ ਜ਼ਮੀਨ ਤੇ ਉੱਪਰ ਖੜਾ ਰਹੇ ਹਾਂ। ਔਰ ਉਲਟਾ ਵੀ ਕਰ ਰਹੇ ਹਾਂ ਕਿ ਜ਼ਮੀਨ ਦੇ ਉੱਪਰ ਇਹੋ ਜਿਹੇ ਜ਼ਹਿਰ ਪਾ ਰਹੇ ਹਾਂ ਜਿਹੜੇ ਅਲਟੀਮੇਟਲੀ ਰਿਸ ਕੇ ਥੱਲੇ ਪਾਣੀ ਨੂੰ ਖਰਾਬ ਕਰ ਰਹੇ, ਕਿਉਂਕਿ ਥੱਲੜਾ ਪਾਣੀ ਤੇ ਉੱਪਰਲਾ ਪਾਣੀ ਫਿਰ ਇੱਕੋ ਹੀ ਹੈ, ਕੋਈ ਅਲੱਗ ਨਹੀਂ ਹੈਗੇ। ਜੋ ਉੱਪਰਲੇ ਪਾਣੀ 'ਚ ਵਗ ਰਿਹਾ ਹੌਲੀ ਹੌਲੀ ਰਿਸ ਕੇ ਥੱਲੜੇ ਪਾਣੀ ਪਹੁੰਚ ਜਾਂਦਾ ਹੈ। ਜੋ ਥੱਲੜੇ ਪਾਣੀ 'ਚ ਗੰਦਾ ਡੂੰਘੇ ਪੱਤਲਾਂ ਦਾ ਪਾਣੀ ਲੈ ਰਹੇ ਹਾਂ, ਉਹ ਅਸੀਂ ਟਿਊਬਵੈੱਲਾਂ ਰਾਹੀਂ ਕੱਢ ਕੇ ਉੱਪਰ ਖੜਾ ਰਹੇ ਹਾਂ, ਉੱਪਰ ਖੜਾ ਰਿਹਾ, ਉੱਪਰਲੇ ਪਾਣੀ ਨੂੰ ਪ੍ਰਦੂਸ਼ਣ ਕਰ ਰਹੇ। ਅਲਟੀਮੇਟਲੀ ਨੈਟ ਰਿਜ਼ਲਟ ਕੀ ਹੋਇਆ ਕਿ ਹਵਾ ਵੀ ਸਾਡੀ ਸੱਤਿਆਨਾਸ਼ ਵਿੱਚ ਗਿਆ, ਪਾਣੀ ਦਾ ਤੇ ਬਹੁਤ ਬੁਰਾ ਹਾਲ ਕਰ ਲਿਆ ਸੀ, ਮੁਕਾ ਵੀ ਲਿਆ ਤੇ ਜ਼ਹਿਰੀਲਾ ਵੀ ਕਰਤਾ। ਮਿੱਟੀ ਸਾਡੀ ਜ਼ਹਿਰਾਂ ਨਾਲ ਭਰੀ ਪਈ ਹੈ, ਬੰਜਰ ਹੋ ਰਹੀ ਹੈ। ਫੂਡ ਚੇਨ ਦੀ ਪੂਰੀ ਜ਼ਹਿਰੀਲੀ ਹੈ। ਫੂਡ ਚੇਨ ਦੇ ਅੰਦਰ ਕਾਕਟੇਲ ਆਫ ਪੋਇਜ਼ਨਸ ਹੈ, ਕਾਕਟੇਲ ਆਫ ਪੋਇਜ਼ਨ। ਇਹ ਸਾਰਾ ਦਾ ਸਾਰਾ ਜਿਹੜਾ ਖਤਰਨਾਕ ਵਰਤਾਰਾ ਹੈ, ਇਹ ਬਹੁਤ ਡਰਾਉਣਾ ਵਰਤਾਰਾ ਹੈ। ਔਰ ਇਹਦੇ ਉੱਪਰ ਜਿੱਥੇ ਸਾਨੂੰ ਸਰਕਾਰ ਤੋਂ ਮੰਗ ਕਰਦੇ ਰਹਿਣਾ ਚਾਹੀਦਾ, ਇਹਦੇ ਉੱਪਰ ਜਿਹੜੀ ਹੈ ਉਹ ਖੋਜਾਂ ਹੋਣ ਹੋਰ ਹੋਵੇ, ਲੇਕਿਨ ਕੋਈ ਆਸ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਰਕਾਰ ਤਾਂ ਬਿਲਕੁਲ ਉਲਟੇ ਪਾਸੇ ਪਈ ਹੈ। ਜਿਹੜਾ ਮਾੜਾ ਮੋਟਾ ਕੁਝ ਬਚਿਆ ਹੋਇਆ ਉਹ ਅੱਜ ਇੰਨੇ ਕੁ ਲਾਲਚੀ ਹੋ ਚੁੱਕੇ ਆ ਜਿਹੜੇ ਸਰਕਾਰਾਂ ਦੇ ਨੂੰ ਚਲਾ ਰਹੇ ਆ। ਸਰਕਾਰਾਂ ਦੇ ਪਿੱਛੇ ਅਸਲ ਸਰਕਾਰਾਂ ਜਿਹੜੀ ਸਰਕਾਰਾਂ ਸਾਨੂੰ ਸਾਹਮਣੇ ਦਿਸਦੀਆਂ ਨੇ, ਜਿਹਦੇ ਪਿੱਛੇ ਇੱਕ ਅਸਲ ਸਰਕਾਰ ਹੁੰਦੀ ਹੈ, ਤਾਂ ਐਵੇਂ ਦਿਖਾਵੇ ਵਾਲੀ ਸਰਕਾਰ ਹੈ। ਜਿਹੜੀ ਦਿਖਾਵੇ ਵਾਲੀ ਸਰਕਾਰ ਹੈ ਉਹ ਅਸਲ ਸਰਕਾਰ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ। ਅਸਲ ਸਰਕਾਰ ਜਿਹੜੀ ਇੰਨੀ ਕੁ ਆਪਣੇ ਨਿੱਜੀ ਹਿੱਤਾਂ ਲਈ ਇੰਨੀ ਕੁ ਸੈਲਫਿਸ਼ ਔਰ ਕ੍ਰਿਮੀਨਲ ਹੋ ਗਈ ਹੈ, ਜੁਰਮਾਨਾ ਹੋ ਗਈ ਹੈ, ਉਹਨੂੰ ਕੋਈ ਪਰਵਾਹ ਨਹੀਂ ਮਨੁੱਖਤਾ ਦੀ। ਰਾਦਰ ਉਹ ਤਾਂ ਉਲਟ
कहना शुरू करता उन्होंने भी मनुखता की सानू लोड़ ही नहीं है, सानू 10-15-20% बंदे चाहिए हैं, बाकी 80% साडे लई कंडम ने। उस कंडम नूं पासे करने वास्ते, बीमार करने वास्ते, अपंग करने वास्ते, निखिद्ध करने वास्ते, मानसिक पंगु करने वास्ते बहुत यत्नशील ने। वो उल्टे चल रहे हैं। ਉਹਨਾਂ ਤੋਂ ਇਸ ਗੱਲ ਦੀ ਆਸ ਕਰਨੀ ਕਿ ਕੋਈ ਇਹਦੇ ਉੱਪਰ ਕੋਈ ਕਮਿਸ਼ਨ ਬਿਠਾਉਣਗੇ ਜਾਂ ਕੋਈ ਕਰਨਗੇ, ਤਾਂ ਇਹ ਹੁਣ ਇਹ ਸਾਡੇ ਤੁਹਾਡੇ ਵਰਗੇ ਬੰਦਿਆਂ ਨੂੰ ਜਿਹੜੇ ਜਿਹੜੇ ਆਪਣੀ ਆਤਮਾ ਦੀ ਆਵਾਜ਼ ਸੁਣਦੇ ਆ, ਇਹ ਕੰਮ ਉਹਨਾਂ ਵਾਸਤੇ ਰਹਿ ਗਿਆ। ਇਹ ਕੰਮ ਜਿਹੜਾ ਸਾਨੂੰ ਕਰਨਾ ਹੈ, ਉਹ ਸਾਨੂੰ ਕਰਨਾ ਹੈ। ਹੁਣ ਜਿਹੜੀ ਡਰਾਉਣੀ ਤਸਵੀਰ ਹੈ, ਮੈਂ ਖਤਮ ਕਰਨ ਤੋਂ ਪਹਿਲਾਂ ਥੋੜਾ ਜਿਹਾ ਯਤਨ ਕਰਦਾ, ਕਿਉਂਕਿ ਡਰਾਉਣੀ ਤਸਵੀਰ ਦਾ ਮਤਲਬ ਮਾਯੂਸੀ ਨਹੀਂ ਹੁੰਦਾ। तस्वीर डरावनी है पर झूठे बंदे चला रहे हैं, झूठ के आधार से, वो अपने निजी हत्थों के आधार से, उन्हें कोई सच नहीं है। सच साडे कोले है, सच बहुत स्ट्रोंग हुंदा है, मजबूत हुंदा है। जिवें जिवें सच लोकां तक पहुंची जाएगा, तिवें तिवें ये चीज़ां ठीक हो जाएंगियां। वो तुहाडे सामने किवें हो रही ने, जो असीं अज अपने आले दुआले देख रहे हैं, जिस किस्म का समाज साडी सड़कां ते आया, इसे करके आया ना। अज वो बड़े बड़े स्टोरां वाले, बड़े बड़े टोलां वाले, बड़े बड़े जिहड़े अपने आप उद्योग कद कहंदे हैं, वो देख रहे हैं कि किस ढंग दे नाल टोलां दे उपर जिहड़ा वो बंद हो गए, किदां दे उपर उहनां दे स्टोरां दे जिहड़े उपर नहीं चल पा रहे। तो किते ना किते समाज जो चेतन हुंदा तां फिर वो करवट लैंदा है, बदलाव करदा है। ठीक है, उस प्रोसैस के अंदर बड़ा कुछ हुंदा है, लेकिन वो करवट जिहड़ी है वो आउंदी हुंदी है, और करवट आ रही है। उस करवट ने सानू अपना हिस्सा पाउण दी लोड़ है। ਇਹ ਪ੍ਰਜਨਨ ਕਿਰਿਆ ਦੀ ਔਰ ਜਿਹੜੀ ਹਾਰਮੋਨ ਦੀ ਜਿਹੜੀ ਸਥਿਤੀ ਨੂੰ ਆਪਾਂ ਦੇਖਿਆ, ਇਹਦੇ ਵਿੱਚ ਵੀ ਆਪਾਂ ਨੂੰ ਚੇਤਨ ਹੋਣ ਦੀ ਲੋੜ ਹੈ। ਔਰ ਕਿੱਥੇ ਕਿੱਥੇ ਲੋੜ ਹੈ ਚੇਤਨ ਹੋਣ ਦੀ? ਜਿੱਥੇ ਸਾਨੂੰ ਲੋੜ ਹੈ ਆਪਣੇ ਪਾਣੀਆਂ ਨੂੰ ਬਚਾਉਣ ਦੀ, ਆਪਣੀ ਹਵਾ ਮਿੱਟੀ ਨੂੰ ਬਚਾਉਣ ਦੀ, ਉੱਥੇ ਹੀ ਲੋੜ ਹੈ ਖੇਤੀ ਨੂੰ ਇੱਕ ਪੀਪਲਸ ਮਾਡਲ, ਪੀਪਲ ਸੈਂਟਰਿਕ ਐਂਡ ਨੇਚਰ ਸੈਂਟਰਿਕ ਮਾਡਲ, ਮਨੁੱਖ ਪੱਖੀ ਤੇ ਕੁਦਰਤ ਪੱਖੀ ਖੇਤੀ ਦਾ ਮਾਡਲ ਦੁਨੀਆ ਦੇ ਅੰਦਰ ਟੈਸਟ ਹੋ ਕੇ ਐਨ ਸਪਸ਼ਟ ਰੂਪ 'ਚ ਸਾਹਮਣੇ ਆ ਚੁੱਕਾ ਹੈ ਕਿ ਖੇਤੀ ਨੂੰ ਕਿਸੇ ਜ਼ਹਿਰ ਦੀ ਜ਼ਰੂਰਤ ਨਹੀਂ ਹੈ, ਖੇਤੀ ਨੂੰ ਕਿਸੇ ਕਾਰਪੋਰੇਟ ਦੀ ਜ਼ਰੂਰਤ ਨਹੀਂ ਹੈ। ਖੇਤੀ ਕੁਦਰਤ ਦੀ ਹੈ, ਪਰਮਾਤਮਾ ਦੀ ਹੈ। ਉਹਦੇ 'ਚ ਜਿਹੜੇ ਕੋਈ ਹੱਥ ਲਾਉਣੇ ਉਹ ਕਿਸਾਨ ਨੇ ਲਾਉਣੇ ਆ, ਜਾਂ ਛੋਟਾ ਜਿਹੜਾ ਉਹਦੇ ਨਾਲ ਕੋਈ ਹੈਲਪਰ ਕਿਸਮ ਦਾ ਬੰਦਾ, ਜਿਹਨੇ ਮਾਰਕੀਟਿੰਗ ਕਰਨੀ ਹੈ, ਜਿਹਨੇ ਕੋਈ ਸੰਦ ਬਣਾਉਣੇ ਆ, ਜਿਹਨੇ ਕੋਈ ਜਿੱਦਾਂ ਦਾ, ਉਹ ਬੰਦੇ ਜਿਹੜੇ ਮਿਹਨਤਕਸ਼ ਲੋਕ ਨੇ, ਉਹ ਸਾਰਾ ਕੁਝ ਆਪਣੇ ਆਪ ਚਲਾ ਸਕਦੇ ਆ। ਤਾਂ ਉਹ ਜਿਹੜਾ ਕਿਤੇ ਵਰਤਾਰਾ ਖੇਤੀ 'ਚ ਬਦਲਣ ਦੀ ਲੋੜ ਹੈ। ਪਾਣੀ ਜਿਹੜਾ ਥਲੜਾ ਪਾਣੀ ਹੈ, ਉਹਦੀ ਦੀ ਵਰਤੋਂ ਅਸੀਂ ਬਹੁਤ ਸੰਜਮ ਨਾਲ ਔਰ ਢੰਗ ਨਾਲ ਕਰੀਏ, ਕਿਉਂਕਿ ਥਲੜਾ ਪਾਣੀ ਜਿੱਥੇ ਸੀਮਤ ਹੈ ਉੱਥੇ ਜ਼ਹਿਰੀਲਾ ਹੈ। ਇਸ ਕਰਕੇ ਉਹ ਤਬਾਹੀ ਦਾ ਕਾਰਨ ਬਣ ਰਿਹਾ। ਇੱਕ ਜਿਹੜੀ ਰੈਫਰੈਂਸ ਰਹਿ ਗਈ ਹੈ, ਉਹ ਥੋੜੀ ਜਿਹੀ ਉਹ ਪੱਕੇ ਦੇ ਵਿੱਚ ਵੱਖਰੀ ਗੱਲ ਕਰ ਲਾਂਗੇ। ਉਹ ਤਾਂ ਬਹੁਤ ਵੱਖਰਾ ਵਰਤਾਰਾ ਕਿ ਜਿਹੜੀ ਰੇਡੀਏਸ਼ਨ ਹੈ, ਜਿਹੜੇ ਰੇਡੀਓ ਐਕਟਿਵ ਸਬਸਟੈਂਸ ਨੇ, ਜਿਹੜੇ ਕਿ ਕਿਰਨਾਂ ਦਿੰਦੇ ਆ ਯੂਰੇਨੀਅਮ ਵਰਗੇ, ਉਹ ਵਰਤਾਰਾ ਵੀ ਸਾਡੇ ਵਾਤਾਵਰਨ 'ਚ ਬਹੁਤ ਜ਼ਿਆਦਾ ਹੈ। ਉਹਦੀ ਉਹ ਸਾਡੇ ਵਾਤਾਵਰਨ 'ਚ ਜ਼ਿਆਦਾ ਹੈ ਹੀ ਹੈ, ਬਲਕਿ ਪੂਰੇ ਦੁਨੀਆ 'ਚ ਵੀ ਵਰਤਾਰਾ ਵੱਧ ਰਿਹਾ। ਉਹ ਤੇ ਮੇਰੇ ਖਿਆਲ ਆਪਾਂ ਸਪੈਸ਼ਲ ਸੈਸ਼ਨ ਕਰ ਲਾਂਗੇ। ਉਹ ਵਰਤਾਰਾ ਵੀ ਕਿਤੇ ਨਾ ਕਿਤੇ ਆਪਣਾ ਜਿਹੜਾ ਹੈ ਉਹ ਸਾਨੂੰ ਡੈਮੇਜ ਕਰਨ 'ਚ ਆਪਣਾ ਰੋਲ ਪਲੇ ਕਰ ਰਿਹਾ। ਉਹਦੇ ਬਾਰੇ ਵੀ ਚੇਤਨ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਗੇ ਇੱਕ 5G ਨਾਂ ਦਾ ਭੂਤ ਆ ਰਿਹਾ। 5G ਨਾਂ ਦਾ ਜਿਹੜਾ ਭੂਤ ਆ ਰਿਹਾ, ਇਹ ਤੋਂ ਬਚਣ ਦੀ ਬਹੁਤ ਲੋੜ ਹੈ। 5G ਨਾਮ ਦਾ ਭੂਤ ਜਿਹੜਾ ਉਹਨੂੰ ਲੈ ਕੇ ਆ ਰਹੇ ਨੇ ਉਹ ਵੈਸਟਰਨ ਇੰਟਰਸਟ, ਉਹੀ ਜਿਹੜੇ ਕਿ ਸਮਾਜ ਦੇ ਉੱਪਰ ਕਬਜ਼ਾ ਕਰਨਾ ਚਾਹੁੰਦੇ ਆ, ਕੰਟਰੋਲ ਕਰਨਾ ਚਾਹੁੰਦੇ ਆ। ਉਹ 5G ਜਿਹੜਾ ਉਹ ਕੀ ਹੈ, ਕਿੱਦਾਂ ਖਤਰਨਾਕ ਹੈ, ਕਿਉਂ ਅਸੀਂ ਉਹਨੂੰ ਰੋਕਣਾ ਚਾਹੀਦਾ ਸਾਨੂੰ, ਉਹਦੇ ਬਾਰੇ ਕਿਤੇ ਆਪਾਂ ਵੱਖਰੀ ਵਿਚਾਰ ਕਰ ਲਾਂਗੇ। ਅੱਜ ਮੇਰੇ ਖਿਆਲ 'ਚ ਆਪਾਂ ਇੱਥੇ ਇੱਕ ਵਾਰੀ ਵਿਰਾਮ ਦਿੰਦੇ ਹਾਂ ਆਪਾਂ ਇਸ ਚੀਜ਼ ਨੂੰ, ਔਰ ਜਿਹੜੇ ਬਾਕੀ ਸੁਝਾਅ ਨੇ ਔਰ ਸਵਾਲ ਨੇ। ਧੰਨਵਾਦ।